गुड मॉर्निंग स्टूडेंट्स। आज ਜਿਹੜੇ ਆਪਾਂ ਇਲੈਕਟ੍ਰੋਕੈਮਿਸਟਰੀ ਚੈਪਟਰ ਦਾ ਅਗਲਾ ਟੌਪਿਕ ਜਿਹੜਾ ਕਰਨ ਜਾ ਰਹੇ ਹਾਂ, ਵੈਰੀ ਇੰਪੋਰਟੈਂਟ ਟੌਪਿਕ ਸਟੈਂਡਰਡ ਇਲੈਕਟ੍ਰੋਡ ਪੋਟੈਂਸ਼ੀਅਲ। ਆਪਾਂ ਆਲਰੇਡੀ ਇਲੈਕਟ੍ਰੋਡ ਪੋਟੈਂਸ਼ੀਅਲ ਕਰ ਚੁੱਕੇ ਹਾਂ, ਆਕਸੀਡੇਸ਼ਨ ਪੋਟੈਂਸ਼ੀਅਲ ਪੜ੍ਹ ਚੁੱਕੇ ਹਾਂ, ਰਿਡਕਸ਼ਨ ਪੋਟੈਂਸ਼ੀਅਲ ਪੜ੍ਹ ਚੁੱਕੇ ਹਾਂ ਔਰ ਇਹ ਵੀ ਦੇਖ ਚੁੱਕੇ ਹਾਂ ਕਿ ਜਿਹੜੀ ਆਪਾਂ ਟੋਟਲ ਈਐਮਐਫ ਕੈਲਕੂਲੇਟ ਕਰਨੀ ਆ ਉਹ ਅਸੀਂ ਰਿਡਕਸ਼ਨ ਪੋਟੈਂਸ਼ੀਅਲ ਕੈਥੋਡ ਮਾਈਨਸ ਐਨੋਡ ਤੋਂ ਕੈਲਕੂਲੇਟ ਕਰ ਸਕਦੇ ਹਾਂ। ਹੁਣ ਉਸੇ ਚੀਜ਼ ਨੂੰ ਅੱਗੇ ਰਹੇ ਆਪਾਂ ਕੰਟੀਨਿਊ ਕਰਨਾ कि ਜਦੋਂ ਅਸੀਂ ਕੰਪਲੀਟ ਸੈੱਲ ਬਣਾਉਂਦੇ ਆ ਉਹਦੇ 'ਚ ਸਾਨੂੰ ਦੋ ਹਾਫ ਸੈੱਲ ਜੋੜਨੇ ਪੈਂਦੇ ਆ, ਇੱਕ ਆਕਸੀਡੇਸ਼ਨ ਹਾਫ ਸੈੱਲ, ਇੱਕ ਰਿਡਕਸ਼ਨ ਹਾਫ ਸੈੱਲ। ਮਤਲਬ ਜਦ ਤਾਈਂ ਅਸੀਂ ਦੋ ਨੂੰ ਜੋੜਾਂਗੇ ਨਹੀਂ ਤਾਂ ਕੰਪਲੀਟ ਸੈੱਲ ਜਿਹੜਾ ਵਰਕਿੰਗ ਨਹੀਂ ਕਰਦਾ, ਯਾਨੀ ਹਾਫ ਸੈੱਲ ਇਕੱਲਾ ਵਰਕ ਨਹੀਂ ਕਰ ਸਕਦਾ। ਆਪਾਂ ਨੂੰ ਲਾਸ ਆਫ ਇਲੈਕਟ੍ਰੋਨ ਵਾਲਾ ਮੈਂਬਰ ਔਰ ਗੇਨ ਆਫ ਇਲੈਕਟ੍ਰੋਨ ਵਾਲਾ ਮੈਂਬਰ ਇੱਕੋ ਹੀ ਰਿਐਕਸ਼ਨ 'ਚ ਚਾਹੀਦੇ ਆ ਔਰ ਦੋਨੋਂ ਹਾਫ ਸੈੱਲ ਜੁੜ ਕੇ ਜਿਹੜਾ ਕੰਪਲੀਟ ਸੈੱਲ ਦੀ ਵਰਕਿੰਗ ਹੁੰਦੀ ਆ। ਹੁਣ ਜਦੋਂ ਅਸੀਂ ਕੱਲਾ ਹਾਫ ਸੈੱਲ ਜਿਹੜਾ ਹੈਗਾ ਉਹਦੀ ਕੋਈ ਹੋਂਦ ਨਹੀਂ ਆ, ਉਹਦੀ ਕੋਈ ਵਰਕਿੰਗ ਨਹੀਂ ਹੈਗੀ, ਇਟ ਮੀਨਸ ਉਹਨੂੰ ਆਪਾਂ ਨੂੰ ਕਿਸੇ ਹੋਰ ਦੇ ਨਾਲ ਅਟੈਚ ਕਰਨਾ ਪਏਗਾ, ਦੂਸਰੇ ਹਾਫ ਸੈੱਲ ਦੇ ਨਾਲ। ਲੇਕਿਨ ਇਹ ਆ ਕਿ ਦੂਸਰਾ ਹਾਫ ਸੈੱਲ ਵੀ ਜਿਹੜਾ ਹੈਗਾ ਉਹਦਾ ਵੀ ਆਪਾਂ ਨੂੰ ਇਕੱਲੇ ਦਾ ਇਲੈਕਟ੍ਰੋਡ ਪੋਟੈਂਸ਼ੀਅਲ ਉਹਦਾ ਵੀ ਨਹੀਂ ਪਤਾ ਹੋਣਾ। ਸੋ ਕਹਿਣ ਦਾ ਮਤਲਬ ਇਹ ਹੋਇਆ ਕਿ ਆਪਾਂ ਨੂੰ ਇਸ ਮਕਸਦ ਨੂੰ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਿ ਆਪਾਂ ਇਲੈਕਟ੍ਰੋਡ ਪੋਟੈਂਸ਼ੀਅਲ ਹਾਫ ਸੈੱਲ ਦਾ ਕੈਲਕੂਲੇਟ ਨਹੀਂ ਕਰ ਸਕਦੇ ਤਾਂ ਟੋਟਲ ਦਾ ਕਿੱਦਾਂ ਕੱਢਾਂਗੇ, ਕਿਉਂਕਿ ਟੋਟਲ ਜਿਹੜਾ ਦੋਨਾਂ ਦੀ ਮਾਈਨਸ ਕਰਕੇ ਨਿਕਲੇਗਾ। ਸੋ ਉਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਇੱਕ ਐਸੀ ਇਲੈਕਟ੍ਰੋਡ ਯੂਜ਼ ਕਰ ਲੈਂਦੇ ਆ ਜਿਹੜੀ ਅਸੀਂ ਪਰਮਾਨੈਂਟ ਉਹਦਾ ਸਟੈਂਡਰਡ ਜਿਹੜਾ ਉਹਨੂੰ ਸਟੈਂਡਰਡ ਰੈਫਰੈਂਸ ਇਲੈਕਟ੍ਰੋਡ ਦਾ ਨਾਂ ਦੇ ਦਿੰਦੇ ਆ ਹਾਈਡਰੋਜਨ ਇਲੈਕਟ੍ਰੋਡ ਨੂੰ, ਔਰ ਇਹਦਾ ਪੋਟੈਂਸ਼ੀਅਲ ਅਸੀਂ ਜ਼ੀਰੋ ਜਿਹੜਾ ਮੰਨ ਲੈਂਦੇ ਆ। ਜ਼ੀਰੋ ਮੰਨਣ ਦਾ ਮਤਲਬ ਇਹ ਹੋਏਗਾ ਕਿ ਇਹਦੇ ਨਾਲ ਕੋਈ ਵੀ ਇਲੈਕਟ੍ਰੋਡ ਅਟੈਚ ਹੋਈ ਕੀਤੀ ਜਾਏਗੀ ਤਾਂ ਟੋਟਲ ਪੋਟੈਂਸ਼ੀਅਲ ਦੀ ਵੈਲਿਊ ਆਪਾਂ ਨੂੰ ਸੈੱਲ ਦੇਗਾ, ਉਹਦੇ ਵਿੱਚੋਂ ਸਾਨੂੰ ਇਹਦੀ ਪਤਾ ਲੱਗ ਜਾਏਗੀ ਤਾਂ ਜਿਹੜਾ ਇਲੈਕਟ੍ਰੋਡ ਆਪਣੇ ਕੋਲ ਰਹਿ ਗਿਆ ਉਹਦੀ ਆਪਾਂ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ। ਇਹ ਸਮਝਣਾ ਕਿਸ ਤਰ੍ਹਾਂ। ਸੋ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਸਟੈਂਡਰਡ ਇਲੈਕਟ੍ਰੋਡ ਪੋਟੈਂਸ਼ੀਅਲ ਦੇ ਵਾਸਤੇ ਆਪਾਂ ਜਿਹੜਾ ਇਲੈਕਟ੍ਰੋਡ ਸਿਲੈਕਟ ਕੀਤੀ ਉਹ ਹਾਈਡਰੋਜਨ ਦੀ ਰਿਵਰਸੀਬਲ ਇਲੈਕਟ੍ਰੋਡ ਸਿਲੈਕਟ ਕੀਤੀ, ਕਿਉਂਕਿ ਹਾਈਡਰੋਜਨ ਜਿਹੜੀ ਹੈ ਇੱਕ ਰਿਵਰਸੀਬਲ ਰਿਐਕਸ਼ਨ ਕਰ ਸਕਦੀ ਹੈ। ਰਿਵਰਸੀਬਲ ਦਾ ਮਤਲਬ ਕੀ ਹੈ ਰਾਜੇ ਕਿ ਹਾਈਡਰੋਜਨ ਦੇ ਵਿੱਚ ਇਹ ਕੁਆਲਿਟੀ ਹੈ ਕਿ ਐਜ਼ ਕੈਥੋਡ ਦਾ ਰਿਐਕਸ਼ਨ ਵੀ ਉਹ ਐਕਟ ਕਰ ਸਕਦੀ ਹੈ ਇਲੈਕਟ੍ਰੋਡ, ਐਜ਼ ਐਨੋਡ ਵੀ ਤਰ੍ਹਾਂ ਉਹ ਐਕਟ ਕਰ ਸਕਦੀ ਹੈ। ਹੁਣ ਐਨੋਡ ਦੀ ਤਰ੍ਹਾਂ ਲਾਸ ਆਫ ਇਲੈਕਟ੍ਰੋਨ ਹੁੰਦਾ ਤਾਂ ਹਾਈਡਰੋਜਨ ਜਿਹੜੀ ਇਲੈਕਟ੍ਰੋਨਸ ਨੂੰ ਲੂਜ਼ ਵੀ ਕਰ ਸਕਦੀ ਹੈ। H ਪੋਜ਼ਿਟਿਵ ਆਇਨ ਪਲੱਸ ਦੋ ਇਲੈਕਟ੍ਰੋਨਸ ਵਿੱਚੋਂ ਨਿਕਲ ਜਾਂਦੇ ਆ। ਐਸੇ ਤਰੀਕੇ ਕੈਥੋਡ ਦੇ ਉੱਤੇ ਜਿਹੜੀ ਹੈ ਗੇਨ ਆਫ ਇਲੈਕਟ੍ਰੋਨਸ ਹੁੰਦਾ ਤਾਂ ਇਹ ਰਿਐਕਸ਼ਨ ਵੀ ਜਿਹੜੀ ਹੈ ਹਾਈਡਰੋਜਨ ਕਰ ਸਕਦੀ ਹੈ। ਹਾਈਡਰੋਜਨ ਆਇਨਸ ਪਲੱਸ ਦੋ ਇਲੈਕਟ੍ਰੋਨ ਲੈ ਕੇ ਆਪਣੇ ਕੋਲ H2 ਬਣ ਸਕਦੀ ਹੈ। ਸੋ ਮਤਲਬ ਕਹਿੰਦਾ ਹੋਇਆ ਆਪਣੇ ਕੋਲ ਕਿ ਹਾਈਡਰੋਜਨ ਐਸੀ ਇਲੈਕਟ੍ਰੋਡ ਦਾ ਕੰਮ ਆ ਕਿ ਚਾਹੇ ਆਪਾਂ ਇਹਨੂੰ ਕੈਥੋਡ ਬਣਾ ਕੇ ਲਗਾ ਲਈਏ ਚਾਹੇ ਐਨੋਡ ਬਣਾ ਕੇ ਲਗਾ ਲਈਏ, ਦੋਨੋਂ ਤਰ੍ਹਾਂ ਫੰਕਸ਼ਨ ਕਰ ਸਕਦੀ ਹੈ। ਇਸ ਲਈ ਇਹਦੀ ਚੋਇਸ ਕੀਤੀ ਗਈ ਕਿ ਸਟੈਂਡਰਡ ਇਲੈਕਟ੍ਰੋਡ ਪੋਟੈਂਸ਼ੀਅਲ ਇਹਨੂੰ ਯੂਜ਼ ਕੀਤਾ ਜਾਵੇ। ਸੋ ਮੇਨ ਜਿਹੜੀ ਗੱਲ ਸਮਝਣ ਵਾਲੀ ਇਹ ਹੈ ਕਿ ਹਾਫ ਸੈੱਲ ਦਾ ਇਲੈਕਟ੍ਰੋਡ ਪੋਟੈਂਸ਼ੀਅਲ ਕੈਲਕੂਲੇਟ ਨਹੀਂ ਕੀਤਾ ਜਾ ਸਕਦਾ ਔਰ ਇਕੱਲੇ ਹਾਫ ਸੈੱਲ ਦੀ ਵਰਕਿੰਗ ਹੈ ਨਹੀਂਗੀ। ਸੋ ਉਹਦਾ ਆਪਾਂ ਇਲੈਕਟ੍ਰੋਡ ਪੋਟੈਂਸ਼ੀਅਲ ਕੱਢ ਨਹੀਂ ਸਕਦੇ ਹੈਗੇ। ਇਹਦਾ ਮਤਲਬ ਦੋ ਹਾਫ ਸੈੱਲ ਨੂੰ ਜੋੜਾਂਗੇ ਫਿਰ ਟੋਟਲ ਪੋਟੈਂਸ਼ੀਅਲ ਆਪਣਾ ਉਸ ਸੈੱਲ ਦਾ ਪਤਾ ਲੱਗਦਾ ਹੁੰਦਾ। ਹੁਣ ਟੋਟਲ ਤਾਂ ਪਤਾ ਚੱਲ ਜੂਗਾ ਲੇਕਿਨ ਦੋਨੋਂ ਹਾਫ ਸੈੱਲ ਦਾ ਕਿੰਨਾ ਕਿੰਨਾ ਇਹ ਨਹੀਂ ਪਤਾ ਚੱਲਦਾ। ਇਹਨੂੰ ਪਤਾ ਕਰਨ ਲਈ ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਆਪਾਂ ਜਿਹੜੀ ਹੈ ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ ਸਿਲੈਕਟ ਕਰ ਲੈਂਦੇ ਆ। ਇਹਦੀ ਕੰਸਟਰਕਸ਼ਨ ਤਿਆਰ ਕਰਨੀ ਆਪਾਂ ਨੇ ਕਿਸ ਤਰ੍ਹਾਂ ਦੀ ਬਣੀ ਹੁੰਦੀ ਹੈ। ਸਟੈਂਡਰਡ ਹਾਈਡਰੋਜਨ ਇਲੈਕਟ੍ਰੋਡ ਦੇ ਵਿੱਚ ਇੱਕ ਤਰ੍ਹਾਂ ਦੀ ਪਲੈਟੀਨਮ ਵਾਇਰ ਹੁੰਦੀ ਹੈ ਜਿਹਦੇ ਨੀਚੇ ਪਲੈਟੀਨਮ ਮੈਟਲ ਆ, ਉਹਦਾ ਫੋਇਲ ਇੱਕ ਪੱਤੀ ਲੱਗੀ ਹੁੰਦੀ ਹੈ ਜਿਹੜੀ ਕਿ ਰਿਐਕਟੈਂਟਸ ਨੂੰ ਇੱਕ ਸਰਫੇਸ ਪ੍ਰੋਵਾਈਡ ਕਰਦੀ ਹੈ ਫॉर द ਰਿਐਕਸ਼ਨ। ਉਸ ਤੋਂ ਇਲਾਵਾ ਆਪਾਂ ਪਲੈਟੀਨਮ ਜਿਹੜੀ ਹੈਗੀ ਆ ਵਾਇਰ ਆ ਇਹਨੂੰ ਆਪਾਂ ਗਲਾਸ ਟਿਊਬ ਦੇ ਨਾਲ ਕਵਰ ਕੀਤਾ ਹੁੰਦਾ ਔਰ ਉਹਦੇ ਬਾਹਰ ਇੱਕ ਆਪਰੇਟਸ ਸੈੱਟ ਕੀਤਾ ਹੁੰਦਾ ਜਿਹਦੇ ਵਿੱਚੋਂ ਅਸੀਂ ਹਾਈਡਰੋਜਨ ਗੈਸ ਨੂੰ ਐਟ 1 ਬਾਰ ਪ੍ਰੈਸ਼ਰ ਦੇ ਉੱਤੇ ਕੰਟੀਨਿਊਸਲੀ ਐਂਟਰ ਕਰਵਾ ਰਹੇ ਹਾਂ ਔਰ ਨੀਚੇ ਜਿਹੜਾ ਇਲੈਕਟ੍ਰੋਲਾਈਟ ਲਿਆ ਗਿਆ ਆ 1 ਮੋਲਰ HCl ਸੋਲੂਸ਼ਨ ਹੈ ਜਿਹਦੇ ਵਿੱਚ H ਪੋਜ਼ਿਟਿਵ ਆਇਨਸ ਮੌਜੂਦ ਹੋਣਗੇ ਤੇ Cl ਨੈਗੇਟਿਵ। ਕੰਟੀਨਿਊਸਲੀ ਹਾਈਡਰੋਜਨ ਜਿਹੜੀ ਉੱਪਰੋਂ ਬਬਲ ਦੇ ਫਾਰਮਸ ਦੇ ਵਿੱਚ ਆਪਾਂ ਨੂੰ ਨਜ਼ਰ ਆਏਗੀ ਔਰ ਕੰਟੀਨਿਊਸਲੀ ਇਹਦਾ ਰਿਐਕਸ਼ਨ ਜਿਹੜਾ ਚੱਲਦਾ ਰਹੇਗਾ। ਇਟ ਕੈਨ ਐਕਟ ਐਜ਼ ਕੈਥੋਡ ਐਜ਼ ਵੈਲ ਐਜ਼ ਇਟ ਕੈਨ ਐਕਟ ਐਜ਼ ਐਨੋਡ। ਅਗਰ ਇਹ ਕੈਥੋਡ ਦੀ ਤਰ੍ਹਾਂ ਬਿਹੇਵ ਕਰੂਗੀ ਤਾਂ ਆਹ ਵਾਲਾ ਰਿਐਕਸ਼ਨ ਕੰਟੀਨਿਊ ਹੋ ਜਾਂਦਾ, ਅਗਰ ਇਹ ਐਨੋਡ ਦੀ ਤਰ੍ਹਾਂ ਬਿਹੇਵ ਕਰੇਗੀ ਤਾਂ ਆਹ ਵਾਲਾ ਰਿਐਕਸ਼ਨ ਕੰਟੀਨਿਊ ਹੋ ਜਾਂਦਾ। ਸੋ ਇਸ ਇਲੈਕਟ੍ਰੋਡ ਨੂੰ ਆਪਾਂ ਕਿਸੇ ਵੀ ਹੋਰ ਇਲੈਕਟ੍ਰੋਡ ਦੇ ਨਾਲ ਅਟੈਚ ਕਰਕੇ ਆਪਾਂ ਉਹਦਾ ਇਲੈਕਟ੍ਰੋਡ ਪੋਟੈਂਸ਼ੀਅਲ ਫਾਈਂਡ ਆਊਟ ਕਰ ਸਕਦੇ ਹਾਂ। ਸੋ ਇਹ ਧਿਆਨ 'ਚ ਰੱਖਣਾ ਕਿ ਜਦੋਂ ਅਸੀਂ ਦੋ ਸੈੱਲ ਜੋੜ ਦਿੰਦੇ ਹਾਂ ਹਾਫ ਸੈੱਲ ਤਾਂ ਜਿਹੜੀ ਰੀਡਿੰਗ ਆਉਂਦੀ ਹੈ ਵੋਲਟਮੀਟਰ ਦੀ ਉਹ ਟੋਟਲ ਸੈੱਲ ਪੋਟੈਂਸ਼ੀਅਲ ਆਉਂਦਾ ਜਿਹੜਾ ਉਹਨਾਂ ਦੋਨਾਂ ਦਾ ਡਿਫਰੈਂਸ ਆਉਂਦਾ ਆ। ਲੇਕਿਨ ਅਗਰ ਅਸੀਂ ਇਕੱਲੀ ਇਲੈਕਟ੍ਰੋਡ ਦਾ ਪਤਾ ਕਰਨਾ ਚਾਹੁੰਦੇ ਹਾਂ ਫਿਰ ਇੱਕ ਇਲੈਕਟ੍ਰੋਡ ਦਾ ਸਾਨੂੰ ਪਤਾ ਹੋਵੇ ਤਾਂ ਟੋਟਲ ਚੋਂ ਉਹਨੂੰ ਘਟਾ ਕੇ ਅਸੀਂ ਦੂਜੀ ਦਾ ਕੱਢ ਸਕਦੇ ਹਾਂ। ਉਹ ਕੱਢਣ ਦੇ ਲਈ ਜਿਹੜੀ ਇਲੈਕਟ੍ਰੋਡ ਦਾ ਸਾਨੂੰ ਪਤਾ ਹੋਊਗਾ ਉਹ ਅਸੀਂ ਸਿਲੈਕਟ ਕਰ ਲਈ ਹੈ, that is standard hydrogen electrode। ਇਹਦਾ ਪੋਟੈਂਸ਼ੀਅਲ ਰਾਜੇ ਕਿੰਨਾ ਲੈਣਾ ਆਪਾਂ ਹਰ ਵਾਰੀ ਇਹਦਾ ਪੋਟੈਂਸ਼ੀਅਲ ਇਟ ਵਿਲ ਬੀ ਚਾਹੇ ਇਹ ਨੋਡ ਦੀ ਤਰ੍ਹਾਂ ਐਕਟ ਕਰਦੀ ਹੈ ਚਾਹੇ ਇਹ ਕੈਥੋਡ ਦੀ ਤਰ੍ਹਾਂ ਐਕਟ ਕਰਦੀ ਹੈ, ਇਹਦਾ ਇਲੈਕਟ੍ਰੋਡ ਪੋਟੈਂਸ਼ੀਅਲ ਕੀ ਲਿਆ ਜਾਏਗਾ ਜ਼ੀਰੋ ਲਿਆ ਜਾਏਗਾ। ਸੋ ਇਹਦੇ ਅਕੋਰਡਿੰਗ ਆਪਾਂ ਬਾਕੀਆਂ ਦਾ ਫਾਈਂਡ ਆਊਟ ਕਰ ਸਕਦੇ ਕਿ ਐਗਜ਼ਾਮਪਲ ਦੇਖੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਏਗਾ।
ठीक है राजे। सो मेजरमेंट ਆਪਾਂ ਕਿੱਦਾਂ ਕਰਾਂਗੇ ਇਹਨੂੰ ਅਟੈਚ ਕਰਕੇ। ਮੰਨ ਲਓ ਅਸੀਂ ਇਹ ਨਾਲ ਜੋੜ ਦਿੱਤੀ ਕਿਸੇ ਵੀ ਹੋਰ ਇਲੈਕਟ੍ਰੋਡ ਦੇ ਜਿਹਦਾ ਪੋਟੈਂਸ਼ੀਅਲ ਸਾਨੂੰ ਨਹੀਂ ਪਤਾ। ਫॉर एग्जांपल मैं ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ, ਆਪਾਂ ਇਹਦੇ ਨਾਲ ਅਟੈਚ ਕਰ ਦਿੱਤਾ ਹਾਫ ਸੈਲ, ਬਣਾਉਂਦੀ ਨਹੀਂ ਮੈਂ ਤੁਹਾਨੂੰ ਸ਼ੋ ਕਰ ਦਿੰਨੀ ਆ। ਆਪਾਂ ਹਾਫ ਸੈਲ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਅਟੈਚ ਕੀਤਾ, ਮੰਨ ਲਓ ਮੈਂ ਜ਼ਿੰਕ ਰੋਡ ਅਟੈਚ ਕਰ ਦਿੱਤੀ ਜਿਹੜੀ ਕਿ ਜ਼ਿੰਕ ਸਲਫੇਟ ਦੇ ਘੋਲ ਦੇ ਵਿੱਚ ਡੁੱਬੀ ਹੋਈ ਸੀਗੀ। ਠੀਕ ਹੈ, ਆ ਇਲੈਕਟ੍ਰੋਡ ਆਪਾਂ ਹਾਫ ਸੈਲ ਇਹ ਬਣਾ ਲਿਆ। ਇਹ ਸਾਡਾ ਹੋ ਗਿਆ ਆਕਸੀਡੇਸ਼ਨ ਹਾਫ ਸੈਲ, ਔਰ ਦੂਜੀ ਅਸੀਂ ਬਣਾ ਦਿੱਤੀ ਰਿਡਕਸ਼ਨ। ਬਾਹਰੋਂ ਜਿਹੜਾ ਕਨੈਕਸ਼ਨ ਦੇਣਾ ਆਪਾਂ ਨੇ ਇੱਥੇ, ਮਤਲਬ ਰੀਡਿੰਗ ਜਿਹੜੀ ਟੋਟਲ EMF ਦੀ ਆਊਗੀ ਉਹ ਵੋਲਟਮੀਟਰ ਆਪਾਂ ਨੂੰ ਰੀਡਿੰਗ ਦਊਗਾ। ਸੋ ਉਸ ਵੋਲਟਮੀਟਰ ਦੀ ਰੀਡਿੰਗ ਜਿਹੜੀ ਆਪਣੇ ਕੋਲ ਟੋਟਲ ਆਏਗੀ। ਠੀਕ ਹੈ ਰਾਜੇ, ਇਹ ਧਿਆਨ 'ਚ ਰੱਖਣਾ। ਵਿੱਚ ਆਪਾਂ ਉੱਦਾਂ ਹੀ ਸਾਲਟ ਬ੍ਰਿਜ ਵਗੈਰਾ ਉਹ ਸਾਰਾ ਆਪਾਂ ਲਗਾ ਲੈਣਾ। ਇੱਥੇ ਮੈਂ ਰਫਲੀ ਸਮਝਾਉਂਦੀ ਆ, ਇਹ ਜ਼ਿੰਕ ਇਲੈਕਟ੍ਰੋਡ ਆ। ਕਲੀਅਰ। ਹੁਣ ਜਿਹੜਾ ਇੱਥੇ ਟੋਟਲ ਪੋਟੈਂਸ਼ੀਅਲ ਦੀ ਵੈਲਿਊ ਆਉਂਦੀ ਹੈ ਰਾਜੇ, ਇਹ ਵੋਲਟਮੀਟਰ ਤੇ ਆਉਂਦੀ ਹੈ 0.76 ਵੋਲਟ। ਹੁਣ ਇੱਕ ਇਲੈਕਟ੍ਰੋਡ ਆਪਾਂ ਹਾਈਡਰੋਜਨ ਦੀ ਅਟੈਚ ਕਰ ਲਈ, ਇੱਕ ਨਾਲ ਕਿਹੜੀ ਜ਼ਿੰਕ ਦੀ ਕਰ ਦਿੱਤੀ। ਜ਼ਿੰਕ ਜਿਹੜੀ ਆ ਉਹ ਹਾਈਡਰੋਜਨ ਦੇ ਕੰਪੈਰੀਜ਼ਨ 'ਚ ਲੂਜ਼ ਜਲਦੀ ਕਰਦੀ ਹੈ ਇਲੈਕਟ੍ਰੋਨਸ, ਇਸ ਲਈ ਆਪਾਂ ਇਹਨੂੰ ਆਕਸੀਡੇਸ਼ਨ ਹਾਫ ਸੈਲ ਜਾਨੀ ਐਨੋਡ ਬਣਾ ਲਿਆ। ਜਿਹਨੂੰ ਦੂਸਰੀ ਸਾਈਡ ਤੇ ਆਪਾਂ ਕੀ ਬਣਾ ਲਈ, ਕੈਥੋਡ। ਇੱਥੇ ਹਾਈਡਰੋਜਨ ਜਿਹੜੀ ਆ ਉਹ ਗੇਨ ਆਫ ਇਲੈਕਟ੍ਰੋਨ ਦਾ ਕੰਮ ਕਰੇਗੀ। ਠੀਕ ਹੈ, ਬਾਕੀ ਸੈਲ ਦੀ ਵਰਕਿੰਗ ਉੱਦਾਂ ਹੀ ਰਹੇਗੀ। ਹੁਣ ਹੁੰਦਾ ਕੀ ਹੈ ਕਿ ਪੋਟੈਂਸ਼ੀਅਲ ਕਿੱਦਾਂ ਕੱਢਦੇ ਆ। ਹੁਣ ਇਹਦਾ ਰਾਜੇ ਟੋਟਲ 0.76 ਵੋਲਟ ਜਿਹੜਾ ਟੋਟਲ ਸੈੱਲ ਦਾ ਜਿਹੜਾ ਹੈਗਾ ਨਾ, ਇਹ ਮੇਜਰ ਹੋ ਰਿਹਾ ਪੋਟੈਂਸ਼ੀਅਲ। ਇਹ ਟੋਟਲ EMF ਆਫ ਦਾ ਸੈੱਲ ਹੈ। ਲੇਕਿਨ ਟੋਟਲ EMF ਦੇ ਵਿੱਚੋਂ ਆਪਾਂ ਅਗਰ ਕੱਲੀ ਇਲੈਕਟ੍ਰੋਡ ਦਾ ਕੱਢਣਾ ਚਾਹੀਏ, ਕਿੱਦਾਂ ਕੱਢਾਂਗੇ ਇਹਦਾ ਹੁਣ ਸਾਨੂੰ ਪਤਾ ਲੱਗ ਗਿਆ ਅਸੀਂ ਕਿੰਨਾ ਲੈਣਾ, 0। ਸੋ ਆਪਾਂ ਇਕੁਏਸ਼ਨ ਲਗਾਵਾਂਗੇ ਵੀ ਜਿਹੜਾ ਟੋਟਲ EMF ਹੁੰਦੀ ਹੈ, ਜੇ ਇਲੈਕਟ੍ਰੋਡ ਪੋਟੈਂਸ਼ੀਅਲ ਹੁੰਦਾ ਉਹ ਹੁੰਦਾ ਰਾਜੇ E0 ਕੈਥੋਡ ਮਾਈਨਸ E0 ਐਨੋਡ। ਹੁਣ ਮੈਂ ਇਹਦੇ ਉੱਤੇ 0 ਕਿਉਂ ਪਾਈ, ਤੁਸੀਂ ਇਹ ਨਾ ਪਾਣੀ ਭੁੱਲ ਜਿਓ। ਇਹ 0 ਕਿਉਂ ਪਾਈ ਜਾਂਦੀ ਹੈ, 0 ਸਟੈਂਡਰਡ ਦੀ ਨਿਸ਼ਾਨੀ ਹੈ। 0 ਦਾ ਮਤਲਬ ਇਹ ਹੋਇਆ ਕਿ ਇਹ ਵਾਲਾ ਇਲੈਕਟ੍ਰੋਡ ਪੋਟੈਂਸ਼ੀਅਲ ਜੋ ਅਸੀਂ ਫਾਈਂਡ ਆਊਟ ਕਰਾਂਗੇ ਉਹ ਅਸੀਂ ਸਟੈਂਡਰਡ ਇਲੈਕਟ੍ਰੋਡ ਦੀ ਹੈਲਪ ਨਾਲ ਫਾਈਂਡ ਆਊਟ ਕੀਤਾ ਆ, ਉਹਦੇ ਰੈਫਰੈਂਸ ਨਾਲ ਕੀਤਾ, ਉਹਦਾ 0 ਮੰਨ ਕੇ ਕੀਤਾ ਆ, ਫਿਰ ਸਾਨੂੰ ਵੈਲਿਊ ਪਤਾ ਲੱਗੀ ਆ। ਇਸ ਲਈ ਜਦੋਂ ਵੀ ਅਸੀਂ ਮੇਜਰਮੈਂਟ ਹਾਈਡਰੋਜਨ ਇਲੈਕਟ੍ਰੋਡ ਦੀ ਹੈਲਪ ਦੇ ਨਾਲ ਕਰਾਂਗੇ, ਜਿਹਨੂੰ ਅਸੀਂ ਸਟੈਂਡਰਡ ਇਲੈਕਟ੍ਰੋਡ ਦਾ ਨਾਮ ਦੇ ਚੁੱਕੇ ਹਾਂ, ਤਾਂ ਜਿਹੜਾ ਪੋਟੈਂਸ਼ੀਅਲ ਨਿਕਲੂਗਾ ਉਹਦੇ ਉੱਤੇ ਅਸੀਂ E0 ਦਾ ਸਿੰਬਲ ਸ਼ੋ ਕਰਾਂਗੇ, ਜਿਹੜਾ ਇਹ ਦੱਸੂਗਾ ਕਿ ਇਹ ਵਾਲਾ ਪੋਟੈਂਸ਼ੀਅਲ ਹਾਈਡਰੋਜਨ ਇਲੈਕਟ੍ਰੋਡ ਦੀ ਨਾਲ ਅਟੈਚ ਕਰਕੇ ਆਇਆ। ਹੁਣ ਰਾਜੇ ਕੈਥੋਡ ਮਾਈਨਸ ਐਨੋਡ, ਇਸ ਵਕਤ ਕੈਥੋਡ ਟੋਟਲ EMF ਕਿੰਨੀ ਹੈ ਰਾਜੇ, ਸੈੱਲ ਦੀ 0.76 ਵੋਲਟ ਆ ਰਹੀ ਹੈ ਨਾ। E0 ਕੈਥੋਡ ਇਹ ਅਸੀਂ ਕਿੰਨੀ ਲੈ ਚੁੱਕੇ ਹਾਂ, ਆਲਰੇਡੀ ਮੰਨ ਚੁੱਕੇ ਹਾਂ ਕਿ 0 ਆ। ਤਾਂ ਕੱਢਣੀ ਕਿਹਦੀ ਆਪਾਂ, E0 ਆਪਣੇ ਕੋਲ ਕੀ ਰਹੇਗੀ, ਐਨੋਡ। ਇਹ ਆਪਾਂ ਨੂੰ ਨਹੀਂ ਪਤਾ, ਆਪਾਂ ਇਹਦਾ ਹਾਫ ਸੈਲ ਦਾ ਕੱਢਾਂਗੇ ਜਿਹੜਾ ਕਿ ਅਸੀਂ ਉੱਦਾਂ ਕੈਲਕੂਲੇਟ ਨਹੀਂ ਕਰ ਸਕਦੇ, ਪਰ ਹਾਈਡਰੋਜਨ ਇਲੈਕਟ੍ਰੋਡ ਦੀ ਹੈਲਪ ਨਾਲ ਆਪਾਂ ਹਾਫ ਸੈਲ ਦਾ ਪੋਟੈਂਸ਼ੀਅਲ ਕੱਢ ਲਈਦਾ ਜਿਹੜਾ ਆਪਾਂ ਨਹੀਂ ਮੇਜਰ ਕਰ ਪਾਉਂਦੇ। ਹੁਣ ਇਹ ਕੱਢਣਾ ਆਪਾਂ ਨੇ, ਇਹ ਕਿੰਨਾ ਆ ਗਿਆ ਰਾਜੇ, E0 ਐਨੋਡ ਜਿਹੜਾ ਆਪਾਂ ਇੱਧਰ ਚੁੱਕ ਕੇ ਲਿਆਵਾਂਗੇ, ਇਹਨੂੰ ਉੱਧਰ ਲੈ ਜਾਵਾਂਗੇ, ਇਹ ਆ ਜਾਏਗਾ -0.76 ਵੋਲਟ। ਸੋ ਇਹ ਪੋਟੈਂਸ਼ੀਅਲ ਨਿਕਲ ਗਿਆ ਆਪਣੇ ਕੋਲ ਜ਼ਿੰਕ ਇਲੈਕਟ੍ਰੋਡ ਦਾ, ਜਿਹੜੀ ਕੱਲੀ ਦਾ ਆਪਾਂ ਨੂੰ ਨਹੀਂ ਪਤਾ ਸੀਗਾ ਹਾਫ ਸੈਲ ਦਾ। ਤਾਂ ਅਗਰ ਆਪਾਂ ਇਹਦੇ ਨਾਲ ਇਹਨੂੰ ਅਟੈਚ ਕਰਾਂਗੇ ਤਾਂ ਆਪਾਂ ਟੋਟਲ ਦੇ ਵਿੱਚੋਂ ਇਹਨੂੰ ਮਾਈਨਸ ਕਰਕੇ ਇਹਦਾ ਜਿਹੜਾ ਹੈਗਾ ਪੋਟੈਂਸ਼ੀਅਲ ਕੱਢ ਸਕਦੇ ਆ, ਜਾਂ ਇਹਨੂੰ ਮਾਈਨਸ ਹੋਏਗਾ ਜਾਂ ਇਹ ਪਲੱਸ ਹੋਏਗਾ। ਤਾਂ ਇਹ ਆਨਸਰ ਆਏਗਾ -0.76 ਵੋਲਟ। ਹੁਣ ਇੱਥੇ ਵੀ ਧਿਆਨ 'ਚ ਰੱਖਿਓ ਗੱਲ, ਇਹ ਸਾਰੀਆਂ ਸਮਝਣ ਵਾਲੀਆਂ ਕਿ ਇਹ ਪੋਟੈਂਸ਼ੀਅਲ ਜਿਹੜਾ ਹੈਗਾ ਆਪਣੇ ਕੋਲ, ਕਿਉਂਕਿ ਜ਼ਿੰਕ ਇਲੈਕਟ੍ਰੋਡ ਜਿਹੜੀ ਆ ਆਕਸੀਡੇਸ਼ਨ ਕਰ ਰਹੀ ਹੈ, ਇਹ ਆਕਸੀਡੇਸ਼ਨ ਦੀ ਫਾਰਮ ਦੇ ਵਿੱਚ ਹੈਗਾ, ਇਸ ਲਈ ਨੈਗੇਟਿਵ ਆਇਆ ਆਪਣੇ ਕੋਲੇ, ਹੈ ਨਾ। ਅਗਰ ਇਸੇ ਨੂੰ ਆਪਾਂ ਨੇ ਫਾਰਮ ਚੇਂਜ ਕਰਨੀ ਹੋਵੇ ਤਾਂ ਸਾਈਨ ਚੇਂਜ ਕਰਕੇ ਆਪਾਂ ਪੋਟੈਂਸ਼ੀਅਲ ਦੀ ਵੈਲਿਊ ਜਿਹੜੀ ਆ ਉਹ ਨੋਟ ਕਰ ਸਕਦੇ ਹਾਂ। ਇਹ ਧਿਆਨ 'ਚ ਰੱਖਣਾ। ਇਸ ਵਕਤ ਇਹ ਪੋਟੈਂਸ਼ੀਅਲ ਜਿਹੜਾ ਹੈਗਾ ਆਪਣੇ ਕੋਲ, ਦੋਨੋਂ ਪੋਟੈਂਸ਼ੀਅਲ ਜਿਹੜੇ ਆਪਾਂ ਰਿਡਕਸ਼ਨ ਦੇ ਮਾਈਨਸ ਕਰਦੇ ਹਾਂ। ਮੈਂ ਉਹ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਜਦੋਂ ਆਪਾਂ ਇਕੁਏਸ਼ਨ ਲਗਾਉਣੀ ਹੈ, EMF ਕੈਲਕੂਲੇਟ ਕਰਨੀ ਹੈ, ਤਾਂ ਸਾਰੇ ਪੋਟੈਂਸ਼ੀਅਲ, ਅਗਲਾ ਟੌਪਿਕ ਆਪਣੇ ਕੋਲ ਇਹੀ ਆ ਰਿਹਾ ਕਿ ਸਾਰੇ ਪੋਟੈਂਸ਼ੀਅਲ ਆਪਾਂ ਚਾਹੇ ਉਹ ਆਕਸੀਡੇਸ਼ਨ ਦੇ ਸੀਗੇ, ਉਹਨੂੰ ਵੀ ਰਿਡਕਸ਼ਨ 'ਚ ਕਨਵਰਟ ਕੀਤਾ ਹੋਇਆ, ਔਰ ਉਹ ਕਨਵਰਟ ਕਰਨ ਦਾ ਇਹੀ ਤਰੀਕਾ ਹੈ ਕਿ ਵੈਲਿਊ ਚੇਂਜ ਨਹੀਂ ਕਰਨੀ। 0.76 ਵੈਲਿਊ 76 ਹੀ ਰਹੇਗੀ, ਲੇਕਿਨ ਸਾਈਨ ਚੇਂਜ ਹੋ ਜਾਏਗਾ। ਸਾਈਨ ਚੇਂਜ ਹੋ ਕੇ ਉਹਦੇ ਅੱਗੇ ਕੀ ਆ ਗਿਆ ਆ, ਮਾਈਨਸ ਦੇ ਵਿੱਚ ਨਿਕਲੀ ਹੈ। ਸੋ ਇਹ ਰਿਡਕਸ਼ਨ ਨਿਕਲੀ ਹੈ। ਇਹਦਾ ਮਤਲਬ ਇਹਨੇ ਆਕਸੀਡੇਸ਼ਨ ਕੀਤੀ ਹੈ, ਆਕਸੀਡੇਸ਼ਨ ਦਾ ਪੋਟੈਂਸ਼ੀਅਲ ਇਹਦਾ ਪੋਜ਼ਿਟਿਵ 'ਚ ਆ, ਲੇਕਿਨ ਰਿਡਕਸ਼ਨ ਇਹ ਨਹੀਂ ਕਰ ਪਾ ਰਹੀ। ਰਿਡਕਸ਼ਨ ਇਹਦੇ ਕੰਪੈਰੀਜ਼ਨ 'ਚ ਕੌਣ ਕਰ ਰਹੀ ਹੈ, ਹਾਈਡਰੋਜਨ ਕਰ ਰਹੀ ਹੈ। ਤਾਂ ਇਹਦਾ ਰਿਡਕਸ਼ਨ ਪੋਟੈਂਸ਼ੀਅਲ ਕੀ ਹੋ ਗਿਆ, ਘਟ ਗਿਆ। ਉਹੀ ਵੈਲਿਊ ਕਾਹਦੇ 'ਚ ਆ ਗਈ, ਮਾਈਨਸ 'ਚ। ਸੋ ਅਸੀਂ ਧਿਆਨ ਰੱਖਣਾ ਰਜੇ, ਅਗਰ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਪੋਜ਼ਿਟਿਵ ਹੈਗੀ ਆ ਔਰ ਜ਼ਿਆਦਾ ਹੈਗੀ ਆ ਤਾਂ ਉਹਨੂੰ ਕੈਥੋਡ ਬਣਾਉਣਾ ਆ। ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਘੱਟ ਆਊਗਾ ਉਹਨੂੰ ਕਦੇ ਵੀ ਤੁਸੀਂ ਕੈਥੋਡ ਨਹੀਂ ਬਣਾਓਗੇ, ਉਹਦੇ ਕੰਪੈਰੀਜ਼ਨ 'ਚੋਂ ਲੌਸ ਆਫ ਇਲੈਕਟ੍ਰੋਨ ਸ਼ੋ ਕਰੇਗੀ, ਉਹ ਕੀ ਬਣੇਗੀ, ਤੁਹਾਡੀ ਐਨੋਡ। ਸੋ ਦੋ ਇਲੈਕਟ੍ਰੋਡ ਅਸੀਂ ਸਿਲੈਕਟ ਕਰਕੇ ਲੈਣੀ ਆ। ਫॉर एग्जांपल ਹੁਣ ਇਹ ਤੋਂ ਅਗਲੀ ਐਗਜ਼ਾਮਪਲ ਆਪਾਂ ਲੈਂਦੇ ਆ। ਮੰਨ ਲਓ ਅਸੀਂ ਹਾਈਡਰੋਜਨ ਦੇ ਨਾਲ ਹੁਣ ਨੈਕਸਟ ਇਲੈਕਟ੍ਰੋਡ ਰਜੇ ਕਾਪਰ ਦੀ ਜੋੜਨਾ ਚਾਹੁੰਦੇ ਆ। ਹੁਣ ਕਾਪਰ ਦੀ ਜੇ ਅਗਰ ਤੁਸੀਂ ਜੋੜਨਾ ਚਾਹੁੰਦੇ ਆ ਨਾ, ਤਾਂ ਕਾਪਰ ਦੀ ਇਲੈਕਟ੍ਰੋਡ ਜਿਹੜੀ ਹੈਗੀ ਆ ਤੁਸੀਂ ਇਸ ਸਾਈਡ ਤੇ ਨਹੀਂ ਜੋੜ ਪਾਓਗੇ। ਉਹਦਾ ਕਾਰਨ ਕੀ ਆ
कि ਜਿਹੜਾ ਕਾਪਰ ਦਾ ਐਕਚੁਅਲ ਦੇ ਵਿੱਚ ਆਪਾਂ ਫਾਈਂਡ ਆਊਟ ਕੀਤੇ ਹੋਏ ਆ ਪੋਟੈਂਸ਼ੀਅਲ, ਇਹ ਤਾਂ ਆਪਾਂ ਇੱਕ ਮੈਥਡ ਦੱਸ ਰਹੇ ਹਾਂ ਕਿ ਕਿੱਦਾਂ ਕੱਢੇ ਹੋਏ ਆ। ਫਿਰ ਆਪਾਂ ਇੱਕ ਲਿਸਟ ਬਣਾ ਲਈ ਹੈ ਜਿਹ 'ਚ ਸਾਰੇ ਨਿਕਲ ਗਏ। ਉਹ ਤੋਂ ਕਾਪਰ ਦੇ ਪੋਟੈਂਸ਼ੀਅਲ ਤੋਂ ਹੀ ਸ਼ੋ ਹੋ ਜਾਂਦਾ ਕਿ ਕਾਪਰ ਦਾ ਜਿਹੜਾ ਰਿਡਕਸ਼ਨ ਪੋਟੈਂਸ਼ੀਅਲ ਹੈਗਾ ਉਹ ਹਾਈਡਰੋਜਨ ਤੋਂ ਕੀ ਹੈਗਾ, ਜ਼ਿਆਦਾ ਹੈਗਾ। ਜੇ ਹੁਣ ਕਾਪਰ ਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ, ਫਿਰ रिडक्शन मैंने गेन ऑफ इलेक्ट्रॉन, तो गेन ऑफ इलेक्ट्रॉन कौन करूगी, हूँ कापर करेगी, हाइड्रोजन नहीं कर सकती। उस वक्त हाइड्रोजन इलेक्ट्रॉन नूं तुसीं मोरले पासे बना लेना। वो की बनूगी एनोड, पिछे की अटैच करांगे आपां कापर इलेक्ट्रोड लगा देंगे, वो की बन जाएगी कैथोड। क्लीयर हो गया। हुण इत्थे चलो मैं दोबारा नहीं बनाती, यानी ए वाली डायग्राम अपनी अगे आ जाएगी और कॉपर वाली कित्थे चली जाएगी, पिछे। ध्यान रखियो जिन्हें रिडक्शन करनी है वो दूसरे नंबर ते बनाना, जिन्हें ऑक्सीडेशन करनी है पहले नंबर ते। यानी जेड़ा लॉस करेगा इलेक्ट्रॉन्स वो मोरे बनेगा, जेड़ा गेन करेगा वो पिछे बनेगा। डिसाइड असी करना है किहड़ी इलेक्ट्रोड नूं असी हाइड्रोजन नूं असी कैथोड की तरह वरतीए जां एनोड। पहली एग्जाम्पल च हाइड्रोजन इलेक्ट्रोड कैथोड की तरह वरती गई क्योंकि जिंक जिहड़ी इलेक्ट्रॉन लूज करती है, ਉਹਦੀ गेन करने की पावर नहीं हैगी जां हाइड्रोजन तो घट है, इसलिए आप उन्होंने की बनाया, एनोड बना लिया। पर हुण जे असीं इहदे नाल कॉपर की इलेक्ट्रोड जोड़ना चाहते हैं, जरूरी नहीं हर वक्त कैथोड ही बने, तो कापर का वैल्यू ये शो करती है कि कापर दे विच गेन करने की ताकत हाइड्रोजन तो ज़्यादा आ, जिस वजह दे नाल कापर इलेक्ट्रोड जिहड़ी आ वो रिडक्शन का काम करेगी, तो आपां नूं उहनूं कैथोड बनाना पेगा और इनू शिफ्ट करके आपां की कर लांगे, अगे बनावांगे। ठीक है। सो टोटल वैल्यू मैं दसदी हां इस केस दे विच कितनी आंदी है, 0.34 वोल्ट। आ टोटल पता लग जूगा राजे। फिर फार्मूला सी वही पहले वाला अप्लाई करांगे, ई एम एफ ऑफ सैल कटांगे इज इक्वल टू ई नॉट कैथोड माइनस ई नॉट एनोड। हुण इत्थे आपां ने दोनों रिडक्शन, मैं बार बार क्यों कह रही हां कि आपां पोटेंशियल रिडक्शन च बदल लए आ, ਉਹਦਾ रीजन है कि जो आपां एक चीज़ दूजी चों घटानी वो सेम होनी चाहिए है। ये नहीं है भी ऑक्सीडेशन की रिडक्शन की आपां माइनस कर देंगे, नहीं। अगर असी आह रिडक्शन लै रहे हैं तो आ भी रिडक्शन की फॉर्म च कन्वर्ट करके लेना पैंदा ताकि दोनों नूं माइनस कर दिता जाए। असी कन्वर्ट नहीं किता करना हुंदा राजे, इस सीरीज़ दे विच सानूं कन्वर्ट किया कराया मिल जाता, आपां सिर्फ वैल्यू यूज़ करते हैं। सो EMF ऑफ द सैल, हुण दसो कैथोड इस वक्त कौन बनाया आपां ने, कॉपर दी इलेक्ट्रोड नूं बनाया, और एनोड किनूं बनाया आपां ने, हाइड्रोजन दी इलेक्ट्रोड नूं बनाया। ध्यान च रखना। ठीक है। हुण EMF टोटल जिहड़ा पता लग गया 0.34, ठीक है, इज इक्वल टू ई नॉट कापर का तुसीं कढ़ना चाहते हैं माइनस इहदा कितना भरना राजे 0, तो ई नॉट जिहड़ा हैगा इज इक्वल टू 0.34 वोल्ट। कितना आ गया अपने कोल 0.34 वोल्ट जिहड़ी वैल्यू है ये प्लस दे विच आएगी। सो इत्थों क्लीयर हो जाएगा तुहानूं कि ये वैल्यू जिहड़ी आ 0 दे नालों अपना जिहड़ा वैल्यू हैगी है 0.34 वोल्ट हैगी है, इसीलिए जिहड़ा हैगा ये अपने कोल रिडक्शन का काम कर रही है इलेक्ट्रोड। इहदा पोटेंशियल जिहड़ा है वो हाइड्रोजन इलेक्ट्रोड तो की हो गया है, ज़्यादा हो गया है। पॉजिटिव दे विच जिहड़े आउणगे तुहाडे ज़्यादा हो जाणगे, जिहड़ी माइनस वैल्यू आंदी वो 0 तो की हो जाते हैं, घट हो जाते हैं। सो इसे करके ये बनी कैथोड, हाइड्रोजन की बनी ये कंपैरिजन च एनोड। सो भुलना नहीं, हुण भी हाइड्रोजन को तुसीं दोनों तरह अटैच कर सकते हैं, डिपेंड करता कि उहदी नाल वाली इलेक्ट्रोड तुसीं किहड़ी लई हुई है। ठीक है। उस तो बाद आप एक न्यूमेरिकल करके देखते हैं ताकि तुहानूं क्लीयर हो जाए। सो ये हुण टॉपिक क्लीयर हो गया। हुण मेरे हिसाब दे नाल जे कोई प्रॉब्लम आंदी होई तां तुसीं मैनूं दुबारा भी जिहड़ा हैगा ना पूछ सकते हैं। सो नैक्सट हैगा तुहाडे कोल न्यूमेरिकल हैगा, कैलकुलेट द स्टैंडर्ड रिडक्शन इलेक्ट्रोड पोटेंशियल ऑफ निकल +2 ओब्लिक निकल। इहदा कढना है इलेक्ट्रोड पोटेंशियल, E0 लिख सकते हो तुसीं, ये कढना दिता कि होया जी आपां नूं when the cell potential for the cell complete cell ਦਾ potential 0.59 वोल्ट है। सेल दिता होया बना के, सेल आप लिख लेने आ। सेल हैगा अपने कोल निकल ओब्लिक निकल +2 साल्ट ब्रिज, एदे नाल अटैच किया होया आपां ने कॉपर इलेक्ट्रोड, कॉपर +2 ओब्लिक कॉपर आ सेल है, और इहदा टोटल EMF पोटेंशियल जिहड़ा दिता है 0.59 वोल्ट, 0.59 वोल्ट। हुण इत्थों बहुत क्लीयर हो गया आपां नूं राजे, इत्थों जदों आ सैल दे देणगे ना रकम दे विच, इत्थों क्लीयर कर लियो, इत्थे लिख लियो नीचे आ तुहाडी की है राजे एनोड होएगी, ताकि आपां नूं कन्फ्यूजन ना होवे। आ की है राजे कैथोड होएगा, बस इत्थों फिर ईजी रहेगा आपां नूं कैथोड च एनोड घटा के टोटल आपां नूं दिता हुंदा। हुण आ आपां नूं एक इलेक्ट्रोड दा दिता भी होया, वो वैल्यू हैगी है ई नॉट कॉपर दी दिती है 0.34 वोल्ट, जिहड़ा आपां पिछे कढ के भी आया ई नॉट कापर +2 ओब्लिक कॉपर 0.34 वोल्ट, ये आपां नूं दिता है। देखो हुण कढना आसान है, कढना किहदा निकल दा नहीं पता, बस ये कढनी आपां ने। हुण आपां फार्मूला बनावांगे
ਇੱਥੋਂ ਅਸੀਂ ਫਾਰਮੂਲਾ ਬਣਾ ਸਕਦੇ ਹਾਂ ਕਿ ਜਿਹੜੀ ਟੋਟਲ EMF ਹੋਏਗੀ ਸੈੱਲ ਦੀ E0 ਕੈਥੋਡ ਜੇ ਭੁੱਲ ਜਾਂਦਾ ਤੁਹਾਨੂੰ ਤਾਂ ਤੁਸੀਂ ਪੈਰ 'ਚ ਇਹਨੂੰ ਐਸੇ ਤਰ੍ਹਾਂ ਲਿਖ ਸਕਦੇ ਹੋ ਕਾਪਰ +2 ਕਾਪਰ ਮਾਈਨਸ E0 ਨਿਕਲ Ni+2। ਹੁਣ ਤੁਸੀਂ ਇੱਥੋਂ ਦੇਖ ਕੇ ਵੀ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੇ ਇਹ ਆਪਾਂ ਨੂੰ ਵੈਲਿਊ ਸੀਗੀਆਂ ਨਾ ਇਹ ਆਪਣੇ ਕੋਲ ਜਿਹੜੀਆਂ ਇੱਥੇ ਦਿੱਤੀਆਂ ਹੋਈਆਂ ਨੇ ਨਾ ਇਹੀ ਪੈਰ 'ਚ ਲਿਖੀਏ ਤਾਂ ਕਿ ਆਪਾਂ ਨੂੰ ਦੋਨੋਂ ਰਿਡਕਸ਼ਨ 'ਚ ਆ ਵੀ ਕਨਵਰਟ ਹੋ ਕੇ ਮਿਲ ਗਈ ਆਪਾਂ ਨੂੰ ਕਨਵਰਟ ਵੀ ਨਹੀਂ ਕਰਨੀ ਪੈਣੀ। ਆ ਪੋਟੈਂਸ਼ੀਅਲ ਆਪਾਂ ਨੂੰ ਕਾਪਰ ਦਾ ਵੀ ਇਸ ਫਾਰਮ 'ਚ ਦਿੱਤਾ ਔਰ ਨਿਕਲ ਦਾ ਵੀ ਆਪਾਂ ਨੂੰ ਇਸੇ ਫਾਰਮ 'ਚ ਕੱਢਣ ਲਈ ਕਿਹਾ। ਹੁਣ ਫਾਰਮ ਸਮਝ ਕੇ ਦੇਖੋ ਦੋਨੋਂ ਫਾਰਮਸ 'ਚ ਆਇਨਸ ਮੋਰੇ ਆ ਗਏ ਇਹਦਾ ਮਤਲਬ ਦੋਨੋਂ ਕੀ ਕਰ ਰਹੇ ਗੇਨ ਕਰ ਰਹੇ ਆ। ਆਇਨਸ ਮੋਰੇ ਜਦੋਂ ਆਪਾਂ ਲਿਖਦੇ ਆ ਨਾ ਪਲੱਸ ਇਲੈਕਟ੍ਰੋਨਸ ਪਾਉਂਦੇ ਆ ਫਿਰ ਸੋਲਿਡ ਚੀਜ਼ ਬਣਦੀ ਹੈ। ਇਹਦਾ ਮਤਲਬ ਇੱਥੇ ਪੋਟੈਂਸ਼ੀਅਲ ਦੋਨੋਂ ਕਿਹੜੇ ਆਪਣੇ ਕੋਲ ਰਿਡਕਸ਼ਨ ਦੇ ਹੀ ਨਿਕਲੂਗੇ ਔਰ ਰਿਡਕਸ਼ਨ ਦੇ ਹੀ ਦਿੱਤੇ ਹੋਏ ਆ ਆਪਾਂ ਨੂੰ ਚੇਂਜ ਜਿਹੜੀ ਆ ਉਹ ਨਹੀਂ ਕਰਨੀ ਪਏਗੀ। ਸੋ ਟੋਟਲ EMF ਰਾਜੇ ਭਰ ਲਓ 0.59 ਵੋਲਟ ਇਜ਼ ਇਕੁਅਲ ਟੂ ਆ ਕਾਪਰ ਹੈ ਨਾ ਕਾਪਰ ਦਾ ਆਪਾਂ ਨੂੰ ਕਿੰਨਾ ਦਿੱਤਾ ਆ 0.34 ਮਾਈਨਸ E0 ਤੁਸੀਂ ਇਹ ਨਿਕਲ ਦਾ ਕੱਢਣਾ ਚਾਹੁੰਦੇ ਆ ਕੱਲਾ ਨਿਕਲ ਲਿਖ ਲਓ। ਸੋ E0 ਨਿਕਲ ਨੂੰ ਆਪਾਂ ਇੱਧਰ ਲੈ ਆਨੇ ਆ ਠੀਕ ਹੈ ਇੱਧਰ ਆ ਗਿਆ ਸ਼ਿਫਟ ਹੋ ਕੇ ਔਰ ਇਹਨੂੰ ਅਸੀਂ ਉਧਰ ਲੈ ਕੇ ਜਾਵਾਂਗੇ 0.34 ਮਾਈਨਸ 0.59 ਵੋਲਟ ਔਰ ਇਹਦੀ ਮਾਈਨਸ ਕਰਕੇ ਤੁਹਾਡੇ ਕੋਲ ਆ ਜਾਂਦਾ ਮਾਈਨਸ 0.25 ਵੋਲਟ। ਆ ਵੱਡੀ ਰਕਮ ਹੈ ਨਾ ਆਨਸਰ ਮਾਈਨਸ ਦੇ ਵਿੱਚ ਆਏਗਾ। ਸੋ ਇਹ ਨਿਕਲ ਇਲੈਕਟ੍ਰੋਡ ਦਾ ਪੋਟੈਂਸ਼ੀਅਲ ਆ ਗਿਆ। ਇੱਥੋਂ ਵੀ ਪਤਾ ਲੱਗ ਗਿਆ ਕਿ ਨੈਗੇਟਿਵ ਚ ਆਇਆ ਇਹਦਾ ਮਤਲਬ ਜਿਹਦਾ ਨੈਗੇਟਿਵ ਚ ਆਉਂਦਾ ਨਾ ਤਕਰੀਬਨ ਲੋਸ ਦਾ ਕੰਮ ਕਰਦੀ ਹੈ ਤਾਂ ਉਹ ਐਨੋਡ ਹੀ ਹੋਏਗੀ ਔਰ ਜਿਹਦਾ ਪੋਜ਼ਿਟਿਵ ਚ ਆਉਂਦਾ ਹੁੰਦਾ ਉਹ ਕੈਥੋਡ ਹੁੰਦੀ ਆ। ਇਹਦਾ 0.34 ਪੋਜ਼ਿਟਿਵ ਹੈ ਨਾ ਉੱਦਾਂ ਵੀ ਆਪਾਂ ਨੂੰ ਪਤਾ ਲੱਗ ਜੂ ਜੇ ਆਪਾਂ ਦੋਨੋਂ ਇਲੈਕਟ੍ਰੋਡ ਦੇ ਪੋਟੈਂਸ਼ੀਅਲ ਨੂੰ ਦੇਖ ਲਈਏ ਆਪਾਂ ਜਵਾਨੀ ਦੱਸ ਦਾਂਗੇ ਆ ਕੈਥੋਡ ਦਾ ਕੰਮ ਕਰੂਗੀ ਆਹ ਐਨੋਡ ਦਾ। ਲਾਸ ਆਫ ਇਲੈਕਟ੍ਰੋਨ ਉਹ ਕਰੂਗੀ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਘੱਟ ਹੋਏਗਾ। ਇਹਦਾ ਰਿਡਕਸ਼ਨ ਦੋਨੋਂ ਦਿੱਤੇ ਤੁਹਾਨੂੰ ਰਿਡਕਸ਼ਨ 'ਚ ਹੀ ਹੋਣਗੇ ਇਹ 'ਚ ਕਨਫਿਊਜ਼ ਨਹੀਂ ਹੋਣਾ ਕਿ ਆਕਸੀਡੇਸ਼ਨ ਆ ਕਿ ਰਿਡਕਸ਼ਨ ਕੁਝ ਨਹੀਂ ਹੈਗਾ ਆਪਾਂ ਨੂੰ ਆਲਰੇਡੀ ਕਨਵਰਟ ਕੀਤੇ ਹੋਏ ਆਪਣੇ ਪੂਰੇ ਚੈਪਟਰ ਦੇ ਵਿੱਚ ਆਪਾਂ ਨੇ ਚੇਂਜ ਨਹੀਂ ਕਰਨ ਦੀ ਲੋੜ ਪੈਣੀ ਆਪਾਂ ਸਿਰਫ ਚੈੱਕ ਕਰਾਂਗੇ। ਇਹਦਾ ਰਿਡਕਸ਼ਨ ਪੋਟੈਂਸ਼ੀਅਲ ਪੋਜ਼ਿਟਿਵ ਇਹਦਾ ਰਿਡਕਸ਼ਨ ਪੋਟੈਂਸ਼ੀਅਲ ਨਿਕਲਿਆ ਨੈਗੇਟਿਵ ਇਹਦਾ ਮਤਲਬ ਇਹਦਾ ਘੱਟ ਆ ਇਹਦਾ ਜ਼ਿਆਦਾ ਜਿਹਦਾ ਘੱਟ ਆ ਉਹਨੂੰ ਕੀ ਲਿਖ ਲਓ ਆਪਣੇ ਆਪ ਯਾਦ ਰੱਖੋ ਉਹ ਕੀ ਬਣੇਗੀ ਐਨੋਡ ਜਿਹੜਾ ਜ਼ਿਆਦਾ ਉਹਦੇ ਕੀ ਬਣੂਗੀ ਕੈਥੋਡ। एनोड की करती है लॉस ऑफ इलेक्ट्रॉन कैथोड की करूगी गेन ऑफ इलेक्ट्रॉन। तो कदे भी कन्फ्यूजन नहीं पैंदी बच्चे नूं सवाल कड्ढन लगे कि कैथोड किहड़ी आ एनोड बस इन्नी गल आपां समझनी है दिमाग दे विच क्लियर। हुण आपां अगला टॉपिक जिहदे दे नाल लिंक हैगा अज आपां यही करांगे ताकि इलैक्ट्रोड पोटेंशियल आपां नूं क्लीयर हो जाए कि आपां कड्ढना किद्दां आ। अगे है इलैक्ट्रोकैमिकल सीरीज़ आ जांदियां ने जे ये भी आपां प्लस 1 दे विच तां पढ़ियां होंदियां इलैक्ट्रोकैमिकल सीरीज़। इलैक्ट्रोकैमिकल सीरीज़ दे विच की हुंदा कि हुण आपां नूं सारी कन्फ्यूजन दूर करन लई आपां की कीता एक सीरीज़ तैयार करती ताकि जिहदा देखना उस सीरीज़ नूं देख के देख लो पोटेंशियल तुहाडी बुक्स दे विच बनिया होया तुसीं उस सीरीज़ नूं सामने खोल के पढ़ सकदे आ। वो सीरीज़ की बन गई उहदे च ऑर्डर च आपां अरेंजमेंट करता किहदा कीता पोटेंशियल दा किहड़ी फॉर्म च कन्वर्ट करके लिया रिडक्शन क्योंकि साडा फार्मूला ही रिडक्शन दा सीगा कि EMF इज इक्वल टू रिडक्शन पोटेंशियल ऑफ कैथोड माइनस रिडक्शन पोटेंशियल ऑफ एनोड। सानू ऑक्सीडेशन पोटेंशियल की जरूरत है नहीं आपां पूरी सीरीज़ दे विच सारे पोटेंशियल किहड़ी फॉर्म च ले रहे रिडक्शन जिहड़े ऑक्सीडेशन भी सीगे उन्हां दा साइन चेंज करके रिडक्शन बना लिया क्लीयर। ਉਹਦੇ ਵਿੱਚ ਇੱਕ ਅਰੇਂਜਮੈਂਟ ਸੈੱਟ ਕਰਤਾ ਇੱਕ ਸੀਰੀਜ਼ ਤਿਆਰ ਹੋ ਗਈ ਜਿੱਦਾਂ ਮੈਂ ਹੁਣ ਸਾਰੀ ਸੀਰੀਜ਼ ਨਹੀਂ ਲਿਖਦੀ ਮੈਂ ਤੁਹਾਨੂੰ ਆਰਡਰ ਦੱਸ ਦਿੰਦੀ ਕਿ ਇਸ ਢੰਗ ਦੇ ਨਾਲ ਮੰਨ ਲਓ ਅਸੀਂ ਆਰਡਰ ਤਿਆਰ ਕੀਤਾ ਜਿਹਦੇ ਵਿੱਚ ਸੈਂਟਰ ਤੇ ਕੌਣ ਆ ਗਈ ਰਜ਼ੇ ਜ਼ੀਰੋ ਪੋਟੈਂਸ਼ੀਅਲ ਵਾਲੀ ਕੌਣ ਹੁੰਦੀ ਆ ਹਾਈਡਰੋਜਨ ਇਲੈਕਟ੍ਰੋਡ ਆ ਗਈ ਜਿਹੜੀ ਕੈਥੋਡ ਐਨੋਡ ਦੋਨੋਂ ਕੰਮ ਕਰਦੀ ਹੈ ਇਹ ਸੈਂਟਰ 'ਚ ਸੀ। ਉੱਪਰ ਵਾਲੀਆਂ ਵੈਲਿਊਜ਼ ਜਿੱਦਾਂ ਆ ਜਿਹੜੀ ਹੁੰਦੀ ਹੈ ਮੋਰ ਪੋਜ਼ਿਟਿਵ ਮਤਲਬ ਇਹਦੀ ਇਹ ਵੈਲਿਊ ਬਹੁਤ ਜ਼ਿਆਦਾ ਪੋਜ਼ਿਟਿਵ ਸੀਗੀ फिर ये पॉजिटिव घटना शुरू हो गया पर ये सारिया वैल्यू जीरो तो ਵੱਧ वालियां सीगियां पॉजिटिव ही सीगियां ये पॉजिटिव यानी थल्ले नूं की कर रहा सीगा डिक्रीज हो रहा सीगा क्लीयर। फिर उस तो बाद जीरो तो बाद जे आपां चीज़ घटदी लै रहे हां काहदे च आनी शुरू हो गई अपने कोल नेगेटिव आ नेगेटिव 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 होंदी जा रही है और ये चीज़ जिहड़ी है समझ लो पोटेंशियल दा डिक्रीजिंग ऑर्डर नज़र आ रहा है और वो पोटेंशियल किहड़ी फॉर्म च लिया होया तुसीं रिडक्शन यानी कि अरेंजमेंट ऑफ एट एलीमेंट्स का अरेंजमेंट कर दिता उन्होंने पोटेंशियल के हिसाब से या तुसी को अरेंजमेंट आप रिडक्शन पोटेंशियल का करता और रिडक्शन पोटेंशियल ओनली रिडक्शन पोटेंशियल का नाम लै रही है मैं इन द डिक्रीजिंग ऑर्डर सैट कर लिया जे थल्ले नूं जाओगे डिक्रीजिंग ऑर्डर उत्ते नूं जाओगे इनक्रीजिंग ऑर्डर जिद्दां तुसी पढ़ना चाहते हैं इनू पढ़ सकते हैं। आप बस इन्ना याद रखना है कि सेंटर दे विच जिहड़ी हाइड्रोजन है जिहदा इलैक्ट्रोड पोटेंशियल जीरो आ
ਉਹਦੇ ਉੱਪਰ ਜਿੰਨੀਆਂ ਵੀ ਵੈਲਿਊਜ਼ ਹੋਣਗੀਆਂ ਉਹ ਪੋਜ਼ਿਟਿਵ ਵਿੱਚ ਹੋਣਗੀਆਂ, ਕਿਉਂਕਿ 0 ਤੋਂ ਵੱਧ ਰਕਮ ਪੋਜ਼ਿਟਿਵ ਹੁੰਦੀ ਹੈ, 0 ਤੋਂ ਜੇ ਘਟਾਉਂਗੇ ਕੀ ਬਣ ਜਾਂਦੀ ਹੈ, ਨੈਗੇਟਿਵ ਆ ਜਾਂਦੀ ਹੈ। ਸੋ ਨੀਚੇ ਵਾਲੀਆਂ ਵੈਲਿਊਜ਼ ਕੀ ਹੋਣਗੀਆਂ, ਨੈਗੇਟਿਵ। ਇਹਦਾ ਮਤਲਬ ਉੱਪਰ ਵਾਲਿਆਂ ਦਾ ਪੋਟੈਂਸ਼ੀਅਲ ਜ਼ਿਆਦਾ, ਥੱਲੇ ਵਾਲਿਆਂ ਦਾ ਕੀ ਹੈ, ਘੱਟ ਹੈਗਾ। ਔਰ ਜੇ ਸਭ ਤੋਂ ਵੱਧ ਦੇਖਣਾ ਤਾਂ ਪਹਿਲੀ ਵੈਲਿਊ ਜਿਹੜੀ ਸਭ ਤੋਂ ਜ਼ਿਆਦਾ ਹੋਏਗੀ, ਯਾਨੀ ਇਹ ਪੋਟੈਂਸ਼ੀਅਲ ਦਾ ਉੱਤੇ ਤੋਂ ਥੱਲੇ ਇੱਕ ਡਿਕਰੀਜ਼ਿੰਗ ਆਰਡਰ ਸੈੱਟ ਹੋ ਗਿਆ। ਇਹਨੂੰ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਹੈਲਪ ਹੋਈ ਕਿ ਸੈੱਲ ਕਿੱਦਾਂ ਤਿਆਰ ਕੀਤੇ ਜਾ ਸਕਦੇ ਆ, ਕਿਹਨੂੰ ਕੈਥੋਡ ਬਣਾਈਦਾ, ਕਿਹਨੂੰ ਐਨੋਡ ਬਣਾਈਦਾ, ਕਿੱਦਾਂ ਪੋਟੈਂਸ਼ੀਅਲ ਕੈਲਕੂਲੇਟ ਕਰ ਸਕਦੇ ਆ। ਇਹਨੂੰ ਅਸੀਂ ਬੋਲਦੇ ਹਾਂ ਰਾਜੇ ਇਲੈਕਟ੍ਰੋਕੈਮੀਕਲ ਸੀਰੀਜ਼ ਤੋਂ ਪਹਿਲਾਂ ਇਹ ਧਿਆਨ 'ਚ ਰੱਖਣਾ, ਇਹਦੀ ਐਪਲੀਕੇਸ਼ਨਸ ਅਸੀਂ ਸਟੱਡੀ ਕਰਾਂਗੇ ਕਿ ਕਿੱਦਾਂ ਹੈਲਪਫੁਲ ਹੈਗੀ ਆ। ਪਰ ਇੰਨਾ ਜ਼ਰੂਰ ਧਿਆਨ ਰੱਖਣਾ ਕਿ 0 ਸੈਂਟਰ 'ਚ ਹੈ, ਉੱਪਰ ਪੋਜ਼ਿਟਿਵ ਵੈਲਿਊਜ਼, ਨੀਚੇ ਨੈਗੇਟਿਵ। ਇੱਥੋਂ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਇਹਨਾਂ ਦਾ ਪੋਟੈਂਸ਼ੀਅਲ ਇਹਨਾਂ ਸਾਰੇ ਮੈਂਬਰਸ ਤੋਂ ਜ਼ਿਆਦਾ ਆ। ਇਹਦਾ ਮਤਲਬ ਇਹ ਸਾਰੀਆਂ ਅਗਰ ਇਹਦੇ ਨਾਲ ਜੋੜਨੀਆਂ ਤੁਸੀਂ 0 ਤੋਂ ਨੀਚੇ ਵਾਲੀ ਨਾਲ ਕਿਸੇ ਨਾਲ ਜੋੜ ਕੇ ਸੈੱਲ ਬਣਾਉਣਾ, ਇਹ ਸਾਰੇ ਐਨੋਡ ਬਣਨਗੇ, ਉੱਪਰ ਵਾਲੇ ਸਾਰੇ ਕੀ ਬਣਨਗੇ ਰਾਜੇ, ਕੈਥੋਡ ਬਣਨਗੇ। ਬਾਕੀ ਜੇ ਸੈੱਲ ਇਹਨਾਂ ਦੋਹਾਂ ਚੋਂ ਵੀ ਬਣਾਉਣਾ ਹੋਵੇ, ਉੱਪਰ ਵਾਲੀਆਂ ਦੋ ਚੋਂ, ਤਾਂ ਜਿਹਦਾ ਪੋਟੈਂਸ਼ੀਅਲ ਜ਼ਿਆਦਾ ਉਹਨੂੰ ਕੈਥੋਡ ਬਣਾਓ, ਕਿਉਂਕਿ ਉਹ ਗੇਨ ਕਰੇਗੀ। ਰਿਡਕਸ਼ਨ ਦਾ ਮਤਲਬ ਹੀ ਗੇਨ ਹੈ, ਜਿਹਦਾ ਪੋਟੈਂਸ਼ੀਅਲ ਜ਼ਿਆਦਾ ਨਾ ਉਹ ਗੇਨ ਜ਼ਿਆਦਾ ਕਰਦੀ ਹੈ, ਉਹਨੂੰ ਕੈਥੋਡ ਬਣਾ ਲਓ। ਜਿਹਦਾ ਘੱਟ ਪੋਟੈਂਸ਼ੀਅਲ ਨਜ਼ਰ ਆਊਗਾ ਉਹਨੂੰ ਕੀ ਬਣਾ ਲਓ, ਐਨੋਡ। ਬਸ ਇੰਨੀ ਕੁ ਗੱਲ ਅਗਰ ਬੱਚਾ ਸਮਝ ਜਾਂਦਾ, ਫਿਰ ਇਹ ਪੋਟੈਂਸ਼ੀਅਲ ਦਾ ਚੱਕਰ ਕਦੇ ਵੀ ਜਿਹੜਾ ਹੈਗਾ ਕਨਫਿਊਜ਼ਨ ਨਹੀਂ ਹੁੰਦੀ ਔਰ ਬੜੀ ਈਜ਼ੀਲੀ ਸਵਾਲ ਨਿਕਲਦੇ ਆ। ਸੋ ਇਹ ਯਾਦ ਰੱਖਣਾ ਤੁਸੀਂ, ਸਿਰਫ ਗੇਮ ਰਿਡਕਸ਼ਨ ਪੋਟੈਂਸ਼ੀਅਲ ਦੀ ਹੈ। ਆਕਸੀਡੇਸ਼ਨ ਹੁਣ ਅਸੀਂ ਖਤਮ ਕਰ ਚੁੱਕੇ ਹਾਂ। ਇਹ ਸੀਰੀਜ਼ 'ਚ ਤੁਹਾਨੂੰ ਆਕਸੀਡੇਸ਼ਨ ਨਜ਼ਰ ਨਹੀਂ ਆਏਗੀ। ਆਈਡੀਆ ਹੋ ਜਾਏਗਾ ਵੀ ਜਿਨ੍ਹਾਂ ਦਾ ਪੋਟੈਂਸ਼ੀਅਲ ਨੈਗੇਟਿਵ 'ਚ ਆ ਰਿਹਾ ਇਹਨਾਂ ਨੇ ਐਨੋਡ ਦਾ ਕੰਮ ਕਰਨਾ, ਕਿਉਂਕਿ ਇਹ ਲੌਸ ਕਰਨਗੇ, ਤਾਂ ਹੀ ਤਾਂ ਇਹਨਾਂ ਦਾ ਗੇਨ ਦਾ ਪੋਟੈਂਸ਼ੀਅਲ ਘਟ ਗਿਆ। ਇਹ ਸਾਰਾ ਗੇਨ ਦਾ ਪੋਟੈਂਸ਼ੀਅਲ ਹੈ, ਠੀਕ ਹੈ, ਔਰ ਇਹ ਨੈਗੇਟਿਵ 'ਚ ਆ ਰਿਹਾ, ਇਹਦਾ ਮਤਲਬ ਇਹਨਾਂ ਕੋਲ ਗੇਨ ਕਰਨ ਦੀ ਪਾਵਰ ਘੱਟ ਆ, ਲੂਜ਼ ਕਰਨ ਦੀ ਜ਼ਿਆਦਾ ਹੈਗੀ ਆ। ਕਲੀਅਰ? ਸੋ ਹੁਣ ਆਪਾਂ ਦੇਖਦੇ ਹਾਂ ਕਿ ਸੀਰੀਜ਼ ਕਿੱਦਾਂ ਹੈਲਪਫੁਲ ਹੈਗੀ ਆਪਣੇ ਵਾਸਤੇ। ਸੋ ਪਹਿਲੀ ਐਪਲੀਕੇਸ਼ਨ ਹੈਗੀ ਕਿ ਇਹਦੀ ਹੈਲਪ ਦੇ ਨਾਲ ਅਸੀਂ ਕੀ ਫਾਈਂਡ ਆਊਟ ਕਰ ਸਕਦੇ ਹਾਂ। ਇਹਦੇ ਨਾਲ ਅਸੀਂ ਸਟਰੈਂਥ ਦੇਖ ਸਕਦੇ ਹਾਂ, ਰਿਲੇਟਿਵ ਸਟਰੈਂਥ ਆਫ ਆਕਸੀਡਾਈਜ਼ਿੰਗ ਏਜੰਟ ਐਂਡ ਰਿਡਿਊਸਿੰਗ ਏਜੰਟ। ਆਪਾਂ ਨੂੰ ਬਹੁਤ ਵਧੀਆ ਨੌਲੇਜ ਜਿਹੜੀ ਆ ਆਕਸੀਡਾਈਜ਼ਿੰਗ ਤੇ ਰਿਡਿਊਸਿੰਗ ਏਜੰਟ ਬਾਰੇ ਮਿਲ ਸਕਦੀ ਹੈ। ਇਸ ਸੀਰੀਜ਼ ਨੂੰ ਦੇਖ ਕੇ ਅਸੀਂ ਜ਼ੁਬਾਨੀ ਯਾਦ ਮਤਲਬ ਸਮਝ ਸਕਦੇ ਹਾਂ ਕਿ ਕਿਹੜਾ ਆਕਸੀਡਾਈਜ਼ਿੰਗ ਏਜੰਟ ਵਧੀਆ ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਾਂ ਐਜ਼ ਆਕਸੀਡਾਈਜ਼ਿੰਗ ਏਜੰਟ, ਜਾਂ ਕਿਹੜਾ ਅਸੀਂ ਰਿਡਿਊਸਿੰਗ ਕਰ ਸਕਦੇ ਹਾਂ, ਕਿੱਦਾਂ ਪਤਾ ਲੱਗੇਗਾ। ਹੁਣ ਇਹ ਸੀਰੀਜ਼ ਤੋਂ ਦੇਖੋ ਕਲੀਅਰ ਹੋ ਗਿਆ ਕਿ ਉੱਪਰ ਵਾਲੇ ਜਿਹੜੇ ਉਹਨਾਂ ਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ, ਜਿਹਦਾ ਰਿਡਕਸ਼ਨ ਰਾਜੇ ਜਿਹੜਾ ਪ੍ਰੋਸੈਸ ਰਿਡਕਸ਼ਨ ਦਾ ਕਰੂਗਾ, ਏਜੰਟ ਉਹ ਕਿਹੜਾ ਬਣੇਗਾ, ਅੱਛਾ ਆਕਸੀਡਾਈਜ਼ਿੰਗ ਏਜੰਟ। ਉਲਟ ਬਣਦਾ ਨਾ, ਤਾਂ ਉੱਪਰ ਵਾਲੇ ਜਿਹੜੇ ਮੈਂਬਰਸ ਆ ਉਹ ਜ਼ਿਆਦਾਤਰ ਤੁਹਾਨੂੰ ਵਧੀਆ ਆਕਸੀਡਾਈਜ਼ਿੰਗ ਏਜੰਟ ਦਾ ਕੰਮ ਕਰਕੇ ਦਿਖਾਣਗੇ, ਜਾਂ ਇਹਦੇ ਉਲਟੋ ਵੀਕ ਕੀ ਹੋਣਗੇ, ਰਿਡਿਊਸਿੰਗ ਏਜੰਟ। ਤੁਸੀਂ ਉਲਟ ਵੀ ਲਿਖ ਸਕਦੇ ਹੋ, ਸਿੱਧਾ ਵੀ ਲਿਖ ਸਕਦੇ ਹੋ, ਜਿੱਦਾਂ ਤੁਹਾਨੂੰ ਸਮਝ ਆਏਗਾ। ਮੈਂ ਸਿਰਫ ਇਹ ਕਿਹਾ ਕਿ ਉੱਪਰ ਵਾਲੇ ਮੈਂਬਰ ਰਿਡਕਸ਼ਨ ਦਾ ਪ੍ਰੋਸੈਸ ਕਰਦੇ ਆ ਔਰ ਉਹ ਏਜੰਟ ਵਧੀਆ ਕਿਹੜੇ ਨਜ਼ਰ ਆਣਗੇ, ਆਕਸੀਡਾਈਜ਼ਿੰਗ ਏਜੰਟ। ਐਸੀ ਤਰ੍ਹਾਂ ਤੁਸੀਂ ਨੀਚੇ ਜਾਂਦੇ ਜਾਓਗੇ ਤਾਂ ਨੀਚੇ ਜਾਣ ਵਾਲੇ ਮੈਂਬਰਸ ਰਿਡਕਸ਼ਨ ਕਰਨਾ ਪਸੰਦ ਨਹੀਂ ਕਰਨਗੇ, ਆਕਸੀਡੇਸ਼ਨ ਕਰਨਗੇ, ਔਰ ਏਜੰਟ ਕਿਹੜੇ ਵਧੀਆ ਬਣਨਗੇ, ਰਿਡਿਊਸਿੰਗ ਏਜੰਟ ਬਣਨਗੇ। ਸੋ ਇੱਥੋਂ ਤੁਸੀਂ ਕੰਪੇਅਰ ਕਰਕੇ ਲੱਭ ਸਕਦੇ ਆ ਕਿਹੜਾ ਵਧੀਆ ਰਿਡਿਊਸਿੰਗ ਏਜੰਟ ਆ, ਕਿਹੜਾ ਵਧੀਆ ਆਕਸੀਡਾਈਜ਼ਿੰਗ ਏਜੰਟ ਆ। ਹੁਣ ਜਿਹੜਾ ਟੌਪ ਮੋਸਟ ਤੇ ਹੋਊਗਾ ਉਹ ਤੁਹਾਡਾ ਵਧੀਆ ਆਕਸੀਡਾਈਜ਼ਿੰਗ ਏਜੰਟ ਹੋਊਗਾ, ਪਰ ਰਿਡਿਊਸਿੰਗ ਏਜੰਟ ਉਹ ਵਧੀਆ ਨਹੀਂ ਹੋਏਗਾ, ਕਿਉਂਕਿ ਰਿਡਿਊਸਿੰਗ ਏਜੰਟ ਵਧੀਆ ਕਿੱਥੇ ਪਿਆ, ਨੀਚੇ ਪਿਆ। ਸੋ ਇੱਦਾਂ ਕੰਪੇਅਰ ਕਰ ਸਕਦੇ ਆਪਾਂ, ਜਿਹਦਾ ਪੋਟੈਂਸ਼ੀਅਲ ਜਿਹੜਾ ਜ਼ਿਆਦਾ ਨਾ ਉਹਦੇ ਹਿਸਾਬ ਤੇ ਆਈਡੀਆ ਲਗਾ ਸਕਦੇ ਹਾਂ। ਮੰਨ ਲਓ ਇਹਦਾ ਰੋਟੇਸ਼ਨ ਪੋਟੈਂਸ਼ੀਅਲ ਜ਼ਿਆਦਾ ਆ, ਇਹ ਸਭ ਤੋਂ ਵਧੀਆ ਆਕਸੀਡਾਈਜ਼ਿੰਗ ਏਜੰਟ ਹੋ ਗਿਆ। ਫਿਰ ਇਹ ਪੋਟੈਂਸ਼ੀਅਲ ਘਟਣਾ ਸ਼ੁਰੂ ਹੋ ਗਿਆ, ਇਹਦਾ ਘਟ ਗਿਆ, ਇਹਦਾ ਮਤਲਬ ਇਹ ਇਹਦੇ ਨਾਲੋਂ ਫਿਰ ਘਟੀਆ ਆਕਸੀਡਾਈਜ਼ਿੰਗ ਏਜੰਟ ਬਣ ਗਿਆ। ਸੋ ਪਾਵਰ ਘਟਦੀ ਜਾਊਗੀ, ਠੀਕ ਹੈ। ਐਸੇ ਤਰ੍ਹਾਂ का इधरले पासे रिड्यूसिंग पावर की है बढ़ती जाती है, और लास्ट च जाके जिन्ना वधिया अपने को ऑक्सीडेशन की वैल्यू होएगी, पोटेंशियल होएगा, उन्ना ही वधिया वो रिड्यूसिंग एजेंट का काम करेगा। सो ये आइडिया सानू सीरीज दूगी कि सानू एजेंट की स्ट्रेंथ पता लग जाती है कि वीक कौन है, स्ट्रोंग कौन है, किनू असी किहदी कंपैरिजन च किहड़ा ज़्यादा अच्छा हैगा, वो नॉलेज सानू सीरीज दिंदी है। क्लीयर? ये है फर्स्ट पॉइंट। सैकेंडरी हैल्प के नाल होर तुसी की कर सकते हो, यू कैन कैलकुलेट EMF ऑफ सेल, वो तो तुसी कीती हुई है। अगर सीरीज दे विच सारे पोटेंशियल तुहाडे सामने होए, तुसी जिहदी मर्जी EMF कढ दो, किद्दां कढोगे, फार्मूला तुहाडे सामने है जी, E0 कैथोड माइनस E0 एनोड। तो इहदी हैल्प दे नाल तुसी माइनस करके अपना पोटेंशियल कड्ढी चलो, सारी EMF जिहड़ी आपां जोड़ के कढ सकदे हां। बस ये हुंदा कि EMF जो कैलकुलेट करनी हुंदी है, उहदे नाल सैल दी आपां नूं इक्वेशन भी लिखनी पैंदी है, अगे न्यूमेरिकल च आ जाएगा, फिर इलैक्ट्रॉन्स बैलेंस करने पैंदे आ। पर पोटेंशियल नूं असीं नहीं कुछ भी करदे, जिहड़ी वैल्यू सानूं दित्ती होगी असीं सीधी माइनस करके EMF जिहड़ी है सैल दी कैलकुलेट कर सकते हैं। क्लीयर जी? वो एग्जाम्पल च दसूंगी तुहानूं, मैं इलैक्ट्रॉन्स नूं गुणा करनी पै सकदी है। उस तो बाद अपने कोल आ ही गई एग्जाम्पल ही आ गई, अपने कोल न्यूमेरिकल आ गया। फिर आप अगली एप्लीकेशन पढ़ते हैं, पहले EMF कैलकुलेट करके देख लीए, यदि एप्लीकेशन यूज कर लीए।
ਅੱਗੇ ਆ ਗਿਆ ਰਾਜੇ ਰਾਈਟ ਦਾ ਹਾਫ ਸੈਲ ਰਿਐਕਸ਼ਨ। ਤੁਹਾਨੂੰ ਕੰਪਲੀਟ ਸੈਲ ਦਿੱਤਾ, ਓਵਰਆਲ ਸੈਲ ਰਿਐਕਸ਼ਨ ਦਿੱਤਾ। ਮੈਂ ਪਹਿਲਾਂ ਓਵਰਆਲ ਲਿਖਦੀ ਹਾਂ ਤੁਹਾਡੇ ਲਈ। ਜ਼ਿੰਕ ਓਬਲੀਕ Zn+2 ਸਾਲਟਬ੍ਰਿਜ, ਇਹ ਸੈੱਲ ਜੋੜਿਆ ਤੁਸੀਂ ਲੈਡ ਦੇ ਨਾਲ, Pb+2 ਓਬਲੀਕ Pb। ਜਿਹੜੇ ਤੁਸੀਂ ਰਿਐਕਸ਼ਨ ਲਿਖਣਾ ਨਾ ਉਹ ਧਿਆਨ ਚ ਰੱਖਿਓ। ਰਿਐਕਸ਼ਨ ਆਪਾਂ ਨੂੰ ਜਿਹੜਾ ਹੈਗਾ ਉਹ ਹਾਫ ਸੈਲ ਦੀ ਫਾਰਮ 'ਚ ਹੀ ਲਿਖਣਾ ਪੈਂਦਾ, ਉਹ ਨਹੀਂ ਤੁਸੀਂ ਰਿਡਕਸ਼ਨ 'ਚ ਕਨਵਰਟ ਕਰਕੇ ਲਿਖਣਾ। ਰਿਐਕਸ਼ਨ ਰਿਐਕਸ਼ਨ ਹੁੰਦਾ, ਰਿਐਕਸ਼ਨ 'ਚ ਜੋ ਸ਼ੋ ਹੋ ਰਿਹਾ ਉਹ ਲਿਖਣਾ ਪਊਗਾ। ਕੌਣ ਲੂਜ਼ ਕਰ ਰਿਹਾ, ਕੌਣ ਗੇਨ ਕਰ ਰਿਹਾ, ਤੁਹਾਨੂੰ ਦੋ ਹਾਫ ਸੈਲ ਬਣਾਉਣੇ ਪੈਣਗੇ। ਲੇਕਿਨ ਪੋਟੈਂਸ਼ੀਅਲ ਦੀ ਵੈਲਿਊ ਜਿਹੜੀ ਆ ਉਹ ਆਟੋਮੈਟਿਕਲੀ ਤੁਹਾਨੂੰ ਰਿਡਕਸ਼ਨ ਦੀ ਹੀ ਦਿੱਤੀ ਜਾਂਦੀ ਹੈ, ਉਹ ਤੁਸੀਂ ਜਿਹੜੀ ਹੈ ਐਜ਼ ਇਟ ਇਜ਼ ਜਿਹੜੀ ਹੈ ਫਾਰਮੂਲੇ 'ਚ ਲਗਾ ਸਕਦੇ ਆ। ਲੇਕਿਨ ਰਿਐਕਸ਼ਨ ਜਿੱਥੇ ਆ ਜਾਵੇ ਉੱਥੇ ਸਾਨੂੰ ਰਿਐਕਸ਼ਨ ਖੋਲ ਕੇ ਲਿਖਣੇ ਪੈਂਦੇ ਆ। ਹੁਣ ਜਿੱਦਾਂ ਆਪਾਂ ਨੂੰ ਕੁਐਸਚਨ 'ਚ ਕਹਿਤਾ ਕਿ ਤੁਸੀਂ ਪਹਿਲਾਂ ਹਾਫ ਸੈਲ ਰਿਐਕਸ਼ਨ ਲਿਖ ਕੇ ਦਿਖਾਓ, ਫਿਰ ਕੈਲਕੂਲੇਟ ਦਾ ਸਟੈਂਡਰਡ EMF ਕੈਲਕੂਲੇਟ ਕਰੋ। ਸਟੈਂਡਰਡ ਇਲੈਕਟ੍ਰੋਡ ਪੋਟੈਂਸ਼ੀਅਲ ਲੈਡ ਦਾ ਵੀ ਦਿੱਤਾ ਹੋਇਆ, ਜ਼ਿੰਕ ਦਾ, ਉਹ ਮੈਂ ਸਾਈਡ ਤੇ ਲਿਖ ਦਿੰਦੀ ਹਾਂ ਜੋ ਪੋਟੈਂਸ਼ੀਅਲ ਸਾਨੂੰ ਦਿੱਤੇ ਹੋਏ ਆ। E0 ਦਿੱਤੇ ਹੋਏ ਆ Pb+2 ਓਬਲੀਕ Pb, ਦੂਸਰਾ E0 ਦਿੱਤਾ ਹੋਇਆ Zn+2 ਓਬਲੀਕ Zn। ਇੱਥੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਨੂੰ ਦੋਨੋਂ ਪੋਟੈਂਸ਼ੀਅਲ, ਤੁਸੀਂ ਸਿਰਫ ਪੋਟੈਂਸ਼ੀਅਲ ਤੇ ਨਜ਼ਰ ਮਾਰਨੀ ਆ ਕਿ ਪੋਟੈਂਸ਼ੀਅਲ ਦੋਨੋਂ ਰਿਡਕਸ਼ਨ ਦੀ ਹੈ ਨਾ, ਕਨਫਰਮ ਕਰ ਲਿਓ। ਜਿਹਦੇ ਵਿੱਚ ਆਇਨਸ ਮੂਰੇ ਹੋਣਗੇ ਉਹ ਗੇਨ ਕਰਨਗੇ, ਆਇਨਸ ਗੇਨ ਕਰਕੇ ਸੋਲਿਡ ਬਣ ਰਿਹਾ, ਠੀਕ ਹੈ। ਇਹਦਾ ਮਤਲਬ ਦੋਨੋਂ ਆਪਾਂ ਨੂੰ ਆਟੋਮੈਟਿਕਲੀ ਕਾਹਦੇ ਦਿੱਤੇ ਆ, ਕਨਵਰਟ ਕਰਕੇ ਦਿੱਤੇ ਆ ਰਿਡਕਸ਼ਨ ਦੇ। ਇਹਨਾਂ ਦੀ ਵੈਲਿਊ ਹੈਗੀ ਹੈ ਜੇ ਪਹਿਲੇ ਦੀ ਹੈਗੀ ਆ -0.126 ਵੋਲਟ, ਇਹ ਪਹਿਲਾ ਆ। ਦੂਜਾ ਜਿਹੜਾ ਦਿੱਤਾ -0.763 ਵੋਲਟ, 763 ਵੋਲਟ। ਹੁਣ ਆਪਣੇ ਕੋਲ ਕੀ ਆ ਗਿਆ ਕਿ ਅਸੀਂ ਪਹਿਲਾਂ ਹਾਫ ਸੈਲ ਰਿਐਕਸ਼ਨ ਲਿਖ ਕੇ ਦਿਖਾਈਏ। ਹੁਣ ਆਪਾਂ ਸੀਰੀਜ਼ ਜਿਹੜੀ ਆ ਮਿਟਾ ਸਕਦੇ ਆ ਨਾ, ਇਹ ਤਾਂ ਕਲੀਅਰ ਹੋ ਗਈ। ਹੁਣ ਇਹ ਤੋਂ ਆਪਾਂ ਏਜੰਟ ਦਾ ਪਤਾ ਕਰ ਲਿਆ, ਹੁਣ ਆਪਾਂ EMF ਦੀ ਹੈਲਪ ਨਾਲ ਕੱਢ ਰਹੇ ਹਾਂ ਸੀਰੀਜ਼ ਦੀ। ਆਹ ਹੈਲਪ ਲਈ ਆਪਾਂ ਸੀਰੀਜ਼ ਦੀ, ਕਿਉਂਕਿ ਪੋਟੈਂਸ਼ੀਅਲ ਕਿੱਥੋਂ ਪਤਾ ਲੱਗਾ ਤੁਹਾਨੂੰ, ਸੀਰੀਜ਼ ਚੋਂ ਹੀ ਦੇਖ ਕੇ ਲਾ ਲਿਆ ਆਪਾਂ ਨੇ। ਸੋ ਇਹ ਵੀ ਹੈਲਪ ਕੀਤੀ ਹੈ, ਸੀਰੀਜ਼ ਨੇ ਕੀਤੀ ਹੈ। ਹੁਣ ਪਹਿਲਾਂ ਆਪਾਂ ਨੂੰ ਰਿਐਕਸ਼ਨ ਲਿਖਣ ਨੂੰ ਕਿਹਾ ਤਾਂ ਆਪਾਂ ਕਿਉਂ ਨਾ ਖੋਲ ਕੇ ਰਿਐਕਸ਼ਨ ਲਿਖੀਏ। ਪਹਿਲਾਂ ਰਾਜੇ ਸਾਲਟਬ੍ਰਿਜ ਤੋਂ ਪਹਿਲਾ ਹਿੱਸਾ ਲਿਖ ਲਈਦਾ, ਫਿਰ ਬਾਅਦ ਵਾਲਾ ਲਿਖੀਦਾ। ਜਿਹੜਾ ਪਹਿਲਾ ਹੋਊਗਾ ਤੁਹਾਡਾ ਉਹ ਆਕਸੀਡੇਸ਼ਨ ਹਾਫ ਸੈਲ ਰਿਐਕਸ਼ਨ ਬਣ ਜਾਏਗਾ, ਠੀਕ ਹੈ। ਜਿਹੜਾ ਤੁਸੀਂ ਦੂਜਾ ਲਿਖੋਗੇ ਉਹ ਕੀ ਬਣੂਗਾ, ਰਿਡਕਸ਼ਨ। ਫਿਰ ਤੁਸੀਂ ਦੋਹਾਂ ਦਾ ਜੋੜ ਕਰੋਗੇ ਤਾਂ ਕਿਹੜਾ ਰਿਐਕਸ਼ਨ ਬਣ ਜਾਂਦਾ, ਓਵਰਆਲ। ਤਾਂ ਤੁਹਾਨੂੰ ਤਿੰਨੇ ਪੁੱਛੇ ਗਏ ਆ ਲਿਖਣ ਲਈ। ਹੁਣ ਆਕਸੀਡੇਸ਼ਨ ਦੇ ਵਿੱਚ ਆਪਾਂ ਲਿਖਦੇ, ਇੱਥੋਂ ਦੇਖ ਕੇ ਲਿਖ ਲੈਣਾ, Zn ਮੋਰੇ ਆ, ਫਿਰ ਐਰੋ ਪਾ ਦਿਓ, ਜਿੱਥੇ ਸਿੰਗਲ ਲਾਈਨ ਐਰੋ ਬਣਾ ਦਿਓ। ਪਿੱਛੇ ਕੀ ਹੈ ਰਾਜੇ, Zn+2 ਪਲੱਸ 2 ਇਲੈਕਟ੍ਰੋਨ ਕੋਲੋਂ ਪਾ ਲੈਣੇ ਤੁਸੀਂ, ਕਿਉਂਕਿ 2 ਦਾ ਲਾਸ ਹੋ ਗਿਆ ਤਾਂ ਇਹ ਲੂਜ਼ ਕਰ ਰਹੀ ਹੈ ਇਲੈਕਟ੍ਰੋਨਸ। ਹੁਣ ਲੈਡ ਵਾਲੇ ਦਾ ਬਣਾ ਲਓ, ਲੈਡ ਵਾਲੇ ਦਾ ਤੁਸੀਂ Pb+2 ਮੋਰਲੇ ਨੂੰ ਮੋਰੇ ਲਿਖ ਲਓ, ਪਲੱਸ 2 ਇਲੈਕਟ੍ਰੋਨਸ ਇਹਨੂੰ ਦੇ ਦਿਓ, ਐਰੋ ਪਾ ਕੇ ਕੀ ਬਣਾ ਲਓ, ਲੈਡ। ਹੋ ਗਿਆ ਕਲੀਅਰ। ਜਦੋਂ ਓਵਰਆਲ ਰਿਐਕਸ਼ਨ ਲਿਖਣਾ ਫਿਰ ਇਲੈਕਟ੍ਰੋਨਸ ਮਾਈਨਸ ਕਰ देने हैं और टोटल रिएक्शन आप जोड़ करके बन गया Zn प्लस Pb+2 एरो लेड प्लस Zn+2। सो आ रिएक्शन ਤੁਹਾਡੇ ਕੋਲ ओवरऑल रिएक्शन ਦਾ ਨਜ਼ਰ ਆਏਗਾ। सो पेपर 'ਚ ਲਿਖਣਾ ਆ ਸਕਦਾ, ਇਹਨੂੰ ਮੈਂ ਇੱਥੋਂ ਹੀ ਬਣਾਇਆ। ਪਹਿਲਾਂ ਅੱਧੇ ਨੂੰ ਖੋਲ ਕੇ ਲਿਖ ਲਓ, ਫਿਰ ਅੱਧੇ ਨੂੰ ਲਿਖ ਲਓ, ਦੋਨੋਂ ਲਿਖ ਹੋ ਜਾਣਗੇ, ਲਾਸ ਵੀ ਹੋ ਜਾਏਗਾ, ਗੇਨ ਵੀ। ਪਰ ਇਹਦੇ ਵਿੱਚ ਤੁਸੀਂ ਆਕਸੀਡੇਸ਼ਨ ਤੇ ਰਿਡਕਸ਼ਨ ਦੋ ਲਿਖੋਗੇ। ਕਲੀਅਰ। ਹੁਣ ਆਪਾਂ ਸਵਾਲ ਤੇ ਆ ਜਾਈਏ। ਸਵਾਲ ਹੈਗਾ ਕਿ ਹੁਣ ਤੁਸੀਂ EMF ਕੱਢੋ। ਹੁਣ ਟੋਟਲ ਆ ਤਾਂ ਹੋ ਗਿਆ ਇੱਕ ਹਿੱਸਾ, ਟੋਟਲ EMF ਦਾ ਫਾਰਮੂਲਾ ਲਗਾ ਲਓ, E0 ਕੈਥੋਡ ਮਾਈਨਸ ਐਨੋਡ। ਹੁਣ ਜਿਹੜਾ ਤੁਹਾਨੂੰ ਰਿਐਕਸ਼ਨ ਦੇਤਾ ਨਾ ਉਹ ਤੋਂ ਵੀ ਤੁਹਾਨੂੰ ਪਤਾ ਲੱਗ ਜੂਗਾ ਵੀ ਐਨੋਡ ਕੈਥੋਡ ਕੌਣ ਆ। ਜਿਹੜਾ ਤੁਹਾਨੂੰ ਆ ਪੋਟੈਂਸ਼ੀਅਲ ਹੈ ਇੱਥੋਂ ਵੀ ਪਤਾ ਲੱਗਦਾ। ਪਹਿਲਾਂ ਆਪਾਂ ਇੱਥੋਂ ਦੇਖੀਏ, ਜਿਹੜਾ ਆਪਾਂ ਨੂੰ ਦੇ ਦਿੰਦੇ ਆ ਨਾ ਸੈੱਲ, ਇਹ ਤੋਂ ਕਲੀਅਰ ਹੋ ਜਾਂਦਾ। ਜਦੋਂ ਇਹ ਦੇਤਾ ਇਹਦੇ ਨਾਲ ਪਹਿਲੇ ਲਿਖ ਲਿਓ, ਆ ਰਾਜੇ ਮੋਰਲਾ ਕੀ ਹੁੰਦਾ, ਐਨੋਡ, ਪਿਛਲਾ ਕੀ ਹੁੰਦਾ, ਕੈਥੋਡ। ਜੇ ਤੁਸੀਂ ਵੈਲਿਊਜ਼ ਤੋਂ ਵੀ ਚੈੱਕ ਕਰਨਾ ਚਾਹੁੰਦੇ, ਕਨਫਰਮ ਕਰਨਾ ਚਾਹੁੰਦੇ, ਠੀਕ ਆ, ਤਾਂ ਦੇਖੋ ਇਹਦੀ ਵੈਲਿਊ ਕਿੰਨੀ ਹੈ, ਮਾਈਨਸ ਦੇ ਵਿੱਚ 0.126, ਇਹਦੀ ਮਾਈਨਸ ਦੇ ਵਿੱਚ ਕਿੰਨੀ ਹੈ 0.763। ਸੋ ਨੈਗੇਟਿਵ 'ਚ ਜਿੰਨੀ ਵੈਲਿਊ ਜ਼ਿਆਦਾ ਹੋਵੇ मतलब कि वैल्यू जी हैगी उन्ना पोटेंशियल घट जाता। सो आपे आप पता लग गया ना अपन है दोनों माइनस चा, पर ये रकम वड्डी गिन हो जानी है, छोटी गिन हो जानी है। तो ये जी रिडक्शन करूगी, ये की करूगी ऑक्सीडेशन। जे इत्थों नहीं पता लगता फिर तुम सिंपल इत्थे लिख लो भी आ एनोड आ कैथोड। हुण कैथोड वाले चों किनू घटाउणा, एनोड वाले नूं। सो EMF कितना आ गया राजे, कैथोड दा कितना तुहाडा लेड वाले दा माइनस 0.216, आ माइनस आ वाली लाती मैं, एनोड दा फिर माइनस है, ब्रैकेट च लै लो 0.763 वोल्ट। ये आ गया 126 माइनस माइनस प्लस, इनू जोड़ कर लो, इहदा आंसर माइनस करके तुहाडा निकल आएगा 0.637 वोल्ट। लो जी ये कट के देख लियो, ये सवाल बहुत ही सिंपल जा सीगा, बस आपां ने सिर्फ कैथोड माइनस एनोड किया जां नवीं चीज़ लिखनी सीख लई।
ਇੱਥੇ ਮੈਂ ਤੁਹਾਨੂੰ ਦੱਸਦੀ ਹਾਂ, ਜਿਹੜੀ ਮੈਂ ਕਹਿੰਦੀ ਸੀ EMF ਵੇਲੇ ਗੁਣਾ ਕਰਨੀ ਪੈ ਸਕਦੀ। ਮੰਨ ਲਓ ਇੱਥੇ ਮੇਰੇ ਕੋਲ 2 ਇਲੈਕਟ੍ਰੋਨਸ ਆ, ਠੀਕ ਹੈ, ਇੱਥੇ ਕਿੰਨੇ ਹੈਗੇ ਆ 6 ਆਉਂਦੇ ਆ, ਫਿਰ 2 ਤੇ 6 ਕੱਟ ਨਹੀਂ ਹੋਣੇ ਹੈਗੇ, ਫਿਰ ਤੁਸੀਂ 2 ਵਾਲੀ ਰਕਮ ਨੂੰ ਕਿੰਨੇ ਨਾਲ ਗੁਣਾ ਕਰ ਦੋਗੇ 3 ਦੇ ਨਾਲ, ਤਾਂ ਕਿ 6 ਇਲੈਕਟ੍ਰੋਨ ਬਣ ਜਾਣ। 6 ਸਾਰੀ ਚੀਜ਼ ਨੂੰ ਗੁਣਾ ਹੋ ਜਾਣੀ ਆ, 6 ਨਾਲ 6 ਕੱਟ ਜਾਣਗੇ, ਬਾਕੀ ਐਡ ਹੋ ਜਾਣਗੇ, ਪਰ ਪੋਟੈਂਸ਼ੀਅਲ ਨੂੰ ਗੁਣਾ ਨਹੀਂ ਕਰਨੀ। ਜਿਹੜੀ ਆ ਮੈਨੂੰ ਇਹਨੂੰ ਤੁਸੀਂ ਕੁਝ ਨਹੀਂ ਕਰਨਾ ਹੈਗਾ, ਇਹਨੂੰ ਐਜ਼ ਇਟ ਇਜ਼ ਯੂਜ਼ ਕਰਨਾ, ਸਿਰਫ ਰਿਐਕਸ਼ਨ ਜਾ ਕੇ ਉਹਨੂੰ ਤੁਸੀਂ ਬੈਲੈਂਸ ਕਰਨਾ, ਤਾਂ ਗੁਣਾ ਕਰਕੇ ਤੁਸੀਂ ਉਹਨੂੰ ਬੈਲੈਂਸ ਕਰ ਸਕਦੇ ਆ। ਠੀਕ ਹੈ ਜੀ। ਹੁਣ ਆ ਗਏ ਆਪਾਂ ਹੋਰ ਐਪਲੀਕੇਸ਼ਨ ਕੀ ਹੈ ਇਹਦੀ, ਆ ਹੋ ਗਿਆ EMF ਕੱਢਣ ਦਾ ਤਰੀਕਾ, ਤਾਂ ਨਾਲ ਸਵਾਲ ਵੀ ਕਰਾਤੇ। ਹੁਣ ਨੈਕਸਟ ਹੈਗਾ ਕਿ ਇਲੈਕਟ੍ਰੋਕੈਮੀਕਲ ਸੀਰੀਜ਼ ਦਾ ਹੋਰ ਕੀ ਫਾਇਦਾ। ਹੁਣ 2 ਫਾਇਦੇ ਹੋਰ ਆ। ਇੱਕ ਫਾਇਦਾ ਇਹ ਆ, ਇਹਦੇ ਨਾਲ ਪ੍ਰੀਡਿਕਟਿੰਗ ਦਾ ਫਿਜ਼ੀਬਿਲਿਟੀ ਆਫ ਰਿਐਕਸ਼ਨ, ਤੁਹਾਨੂੰ ਇਹ ਪਤਾ ਚੱਲ ਜੂਗਾ ਕਿ ਇਹ ਰਿਐਕਸ਼ਨ ਜਿਹੜਾ ਹੈਗਾ ਇਹ ਫਿਜ਼ੀਬਲ ਹੋਏਗਾ ਜਾਂ ਨਹੀਂ। ਫਿਜ਼ੀਬਲ ਮਤਲਬ ਇਹ ਰਿਐਕਸ਼ਨ ਚੱਲੂਗਾ ਕਿ ਨਹੀਂ ਚੱਲੂਗਾ। ਮੰਨ ਲਓ ਜਿਹੜੀ ਇਲੈਕਟ੍ਰੋਡ ਨੇ ਕੈਥੋਡ ਬਣਨਾ, ਉਹਨੂੰ ਤੁਸੀਂ ਬਣਾਤਾ ਗਲਤੀ ਨਾਲ ਐਨੋਡ, ਜਿਹਨੂੰ ਬਣਾਉਣਾ ਸੀ ਐਨੋਡ ਉਹਨੂੰ ਕੀ ਬਣਾਤਾ ਕੈਥੋਡ, ਕੀ ਉਹ ਸੈੱਲ ਕੰਮ ਕਰੂਗਾ? ਨੋ, ਸੈੱਲ ਦੀ ਵਰਕਿੰਗ ਕੀ ਹੋਊਗੀ? ਸਟਾਪ ਹੋ ਜਾਊਗੀ। ਇਸ ਲਈ ਸੈੱਲ ਬਣਾਉਣ ਵਾਸਤੇ ਕਿ ਰਿਐਕਸ਼ਨ ਫਿਜ਼ੀਬਲ ਚੱਲੂਗਾ ਕਿ ਨਹੀਂ ਚੱਲੂਗਾ, ਪਹਿਲਾਂ ਸਿਲੈਕਟ ਕਰਨਾ ਪੈਂਦਾ ਵੀ ਕਿਹੜੀ ਇਲੈਕਟ੍ਰੋਡ ਕੈਥੋਡ ਦੀ ਤਰ੍ਹਾਂ ਕੰਮ ਕਰੂਗੀ ਤੇ ਕਿਹੜੀ ਐਨੋਡ ਦੀ ਤਰ੍ਹਾਂ। ਇਹਦੇ ਲਈ ਸੀਰੀਜ਼ ਹੈਲਪ ਕਰਨਗੀਆਂ। ਤੁਸੀਂ ਪੋਟੈਂਸ਼ੀਅਲ ਉੱਥੋਂ ਚੈੱਕ ਕਰ ਲਓ, ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ ਉਹਨੂੰ ਕੀ ਬਣਾ ਦਿਓ? ਕੈਥੋਡ। ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਘੱਟ ਆ ਉਹਨੂੰ ਕੀ ਬਣਾ ਲਓ? ਐਨੋਡ, ਕਿਉਂਕਿ ਉਹ ਤਾਂ ਸੀਰੀਜ਼ ਦੇ ਵਿੱਚ ਸਾਰੇ ਰਿਡਕਸ਼ਨ ਬਣੇ ਹੋਏ ਆ। ਆਪਾਂ ਤਾਂ ਇਹੀ ਦੇਖਣਾ ਵੀ ਵੱਧ ਵਾਲੀ ਕਿਹੜੀ ਘੱਟ ਵਾਲੀ ਕਿਹੜੀ, ਵੱਧ ਵਾਲੀ ਕੈਥੋਡ ਘੱਟ ਵਾਲੀ ਐਨੋਡ, ਫਿਰ ਕਦੇ ਵੀ ਵਰਕਿੰਗ ਜਿਹੜੀ ਹੈ ਸਟਾਪ ਨਹੀਂ ਹੋਏਗੀ ਔਰ ਆਨਸਰ ਜਿਹੜਾ ਤੁਹਾਡਾ ਸਹੀ ਆਏਗਾ, EMF ਪੋਜ਼ਿਟਿਵ ਆਏਗੀ। ਅਗਰ ਆਪਣੀ ਹੁਣ ਆਪਾਂ ਗਲਤ ਜੋੜਤੀ ਇਲੈਕਟ੍ਰੋਡ, ਫਿਰ EMF ਦਾ ਆਨਸਰ ਵੀ ਗਲਤ ਨਿਕਲੂਗਾ, ਉਹ ਵੀ ਨੈਗੇਟਿਵ ਆਉਣ ਲੱਗ ਜੂਗਾ ਤੇ ਸੈੱਲ ਜਿਹੜਾ ਉਹ ਕੰਮ ਕਰਨਾ ਬੰਦ ਕਰ ਦੂ, ਕਿਉਂਕਿ ਲਾਸ ਵਾਲੇ ਨੇ ਲਾਸ ਨਹੀਂ ਕਰਨਾ, ਗੇਨ ਵਾਲੇ ਨੇ ਗੇਨ ਨਹੀਂ ਕਰਨਾ। ਸੋ ਇਹਦਾ ਮਤਲਬ ਇਹ ਤੀਜੀ ਐਪਲੀਕੇਸ਼ਨ ਆ ਕਿ ਸਾਨੂੰ ਇਹ ਪਤਾ ਲੱਗ ਜੂਗਾ ਵੀ ਕਿਹੜਾ ਸੈੱਲ ਸਾਡਾ ਕੰਮ ਕਰੂਗਾ ਅਗਰ ਅਸੀਂ ਇਲੈਕਟ੍ਰੋਡ ਸੈੱਟ ਕੀਤੀਆਂ ਤੇ ਕਿਹੜਾ ਸੈੱਲ ਹੈ ਜਿਹੜਾ ਕੰਮ ਨਹੀਂ ਕਰੇਗਾ। ਇਹਨੂੰ ਕਿ ਐਗਜ਼ਾਮਪਲ ਦੀ ਤਰ੍ਹਾਂ ਜੇ ਤੁਸੀਂ ਸਮਝਣਾ ਚਾਹੁੰਦੇ ਆ, ਆਪਾਂ ਨੂੰ 2 ਦੇ ਰਿਡਕਸ਼ਨ ਪੋਟੈਂਸ਼ੀਅਲ ਪਤਾ ਹੈ। ਮੰਨ ਲਓ ਇੱਕ ਆਪਾਂ ਨੂੰ ਕਾਪਰ ਦਾ ਪਤਾ 0.34 ਵੋਲਟ, ਹੁਣ ਆਪਾਂ ਕੱਢ ਹੀ ਚੁੱਕੇ ਆ। ਇੱਕ ਮੰਨ ਲਓ ਸਾਨੂੰ ਸਿਲਵਰ ਦਾ ਵੀ ਪਤਾ ਆ, ਠੀਕ ਹੈ, ਇਹਦਾ ਹੁੰਦਾ ਰਜੇ 0.80 ਵੋਲਟ। ਹੁਣ 2 ਤੁਹਾਨੂੰ ਪੋਟੈਂਸ਼ੀਅਲ ਪਤਾ ਲੱਗ ਗਏ, ਸੀਰੀਜ਼ ਚੋਂ ਦੇਖ ਲੈ। ਹੁਣ ਤੁਸੀਂ ਸਿਲੈਕਟ ਕਰਨਾ ਵੀ ਇਲੈਕਟ੍ਰੋਡ ਕਿੱਦਾਂ ਜੋੜਨੀ ਆ, ਕਿਹਨੂੰ ਕੈਥੋਡ ਬਣਾਉਣਾ ਤੇ ਕਿਹਨੂੰ ਐਨੋਡ। ਜੇ ਤਾਂ ਸਹੀ ਜੋੜੀਆਂ ਤਾਂ ਸੈੱਲ ਕੰਮ ਕਰੂਗਾ, ਜੇ ਨਹੀਂ ਜੋੜੋਗੇ ਤਾਂ ਫਿਰ ਸੈੱਲ ਦੀ ਵਰਕਿੰਗ ਸਟਾਪ ਹੋ ਜਾਣੀ ਹੈ, ਉਹ ਸੈੱਲ ਨੇ ਕੰਮ ਹੀ ਨਹੀਂ ਕਰਨਾ ਹੈਗਾ। ਸੋ ਇਹ ਨੌਲੇਜ ਆਪਾਂ ਨੂੰ ਇੱਥੋਂ ਸੀਰੀਜ਼ ਤੋਂ ਹੋ ਜਾਂਦੀ ਹੈ। ਹੁਣ ਆਪਾਂ ਪਹਿਲਾਂ ਸੈੱਲ ਬਣਾਉਣ ਤੋਂ ਪਹਿਲਾਂ ਸੋਚ ਲਾਂਗੇ ਇਹਦਾ ਕਿੰਨਾ ਰਜੇ 80 ਵੋਲਟ, ਇਹਦਾ 34, ਕਿਹੜੀ ਰਕਮ ਜ਼ਿਆਦਾ? ਇਹ। ਜਿਹਦਾ ਜ਼ਿਆਦਾ ਉਹਨੂੰ ਕੀ ਬਣਾਵਾਂਗੇ ਰਜੇ? ਕੈਥੋਡ। ਜਿਹਦਾ ਘੱਟ ਆ ਉਹਨੂੰ ਕੀ ਬਣਾਉਂਗੇ? ਐਨੋਡ। ਫਿਰ ਇਹ ਸੈੱਲ ਦੀ ਵਰਕਿੰਗ ਕਦੇ ਸਟਾਪ ਨਹੀਂ ਹੋਏਗੀ। EMF ਕੱਢ ਕੇ ਦੇਖੋ ਪੋਜ਼ਿਟਿਵ ਆਏਗੀ, ਕੈਥੋਡ ਇਹਦਾ ਮਾਈਨਸ ਐਨੋਡ, ਆਂਸਰ ਕੀ ਆਏਗਾ? ਪੋਜ਼ਿਟਿਵ। ਫਿਰ ਜੇ EMF ਪੋਜ਼ਿਟਿਵ ਆ ਰਹੀ ਹੈ ਤਾਂ ਸੈੱਲ ਕੰਮ ਕਰੇਗਾ ਔਰ ਉੱਥੋਂ ਪਤਾ ਲੱਗ ਜੂਗਾ ਵੀ ਅਸੀਂ ਇਲੈਕਟ੍ਰੋਡ ਸਹੀ ਲਾਤੀਆਂ। ਜੇ ਅਸੀਂ ਉਲਟ ਲਾਤੀਆਂ ਫਿਰ ਨੈਗੇਟਿਵ ਆਉਣ ਲੱਗ ਜੂਗਾ। ਮੰਨ ਲਓ ਤੁਸੀਂ ਇਹਨੂੰ ਐਨੋਡ ਬਣਾ ਲਿਆ, ਇਹਨੂੰ ਕੈਥੋਡ, ਇਹਨੂੰ ਘਟਾਓਗੇ ਆਂਸਰ ਨੈਗੇਟਿਵ ਆਏਗਾ, ਉਹ ਗਲਤ ਇਲੈਕਟ੍ਰੋਡ ਜੁੜ ਗਈਆਂ। ਸੋ ਸੈੱਲ ਦੇ ਵਿੱਚ ਇਲੈਕਟ੍ਰੋਡ ਨੂੰ ਜੋੜਨਾ ਬਹੁਤ ਇੰਪੋਰਟੈਂਟ ਆ ਔਰ ਇਹ ਹੈਲਪ ਸਾਡੀ ਸੀਰੀਜ਼ ਕਰੂਗੀ। ਆਪਾਂ ਪੋਟੈਂਸ਼ੀਅਲ ਪਹਿਲਾਂ ਦੇਖ ਲਾਂਗੇ, ਉਹਦੇ ਮੁਤਾਬਿਕ ਅਸੀਂ ਸਿਲੈਕਟ ਕਰ ਲਾਂਗੇ ਕਿਹੜੀ ਇਲੈਕਟ੍ਰੋਡ ਨੂੰ ਅਸੀਂ ਕਿੱਧਰ ਲਗਾਉਣਾ ਔਰ ਸਿਰਫ ਰਿਡਕਸ਼ਨ ਪੋਟੈਂਸ਼ੀਅਲ ਚੈੱਕ ਕਰਾਂਗੇ। ਜਿਹਦਾ ਜ਼ਿਆਦਾ ਉਹਨੂੰ ਕੈਥੋਡ ਬਣਾ ਲਓ, ਜਿਹਦਾ ਘੱਟ ਹੈ ਉਹਨੂੰ ਐਨੋਡ ਬਣਾ ਲਓ। ਕਲੀਅਰ। ਲਾਸਟ ਐਪਲੀਕੇਸ਼ਨ ਹੈਗੀ ਆਪਣੇ ਕੋਲ ਅਜੇ ਟੂ ਪ੍ਰਿਡਿਕਟ ਵੈਦਰ